ਰਾਸ਼ਟਰੀ ਜਿਹੜੇ ਰਾਜਮਾਰਗ ਨੇ ਉਹਨਾਂ ਨੂੰ ਡਿਵੈਲਪ ਕਰਨਾ ਹੈ, ਯਾਨੀ ਕਿ ਪੂਰੇ ਭਾਰਤ ਦੇ ਵਿੱਚ ਜਿਹੜੇ ਰਾਜਮਾਰਗ ਨੇ ਉਹਨਾਂ ਦੇ ਵਿੱਚ ਵਾਧਾ ਕੀਤਾ ਜਾਏਗਾ, ਜਿਸ ਦੇ ਵਿੱਚ ਪੰਜਾਬ ਵੀ ਸ਼ਾਮਿਲ ਹੈ। ਤੇ ਤੁਸੀਂ ਇਸ ਚੀਜ਼ ਦਾ ਵਿਰੋਧ ਕਿਉਂ ਕਰ ਰਹੇ ਹੋ? ਕਿਉਂਕਿ ਸਫ਼ਰ ਤਾਂ ਘਟੇਗਾ, ਬਹੁਤ ਸਾਰੀਆਂ ਸਹੂਲਤਾਂ ਇਸ ਦੇ ਨਾਲ ਆਉਣਗੀਆਂ, ਸਫ਼ਰ ਦੀ ਦੂਰੀ ਜਿਹੜੀ ਹੈ ਘਟ ਜਾਏਗੀ। ਤੁਹਾਡਾ ਵਿਰੋਧ ਕਰਨ ਦਾ ਕਾਰਨ ਕੀ ਹੈ? ਨਹੀਂ, ਸਾਡਾ ਇਹਦੇ ਮਾਰਗ ਦੇ ਨਾਲ ਵਿਰੋਧ ਸਾਡਾ ਕੋਈ ਨਹੀਂ ਹੈਗਾ। ਸਾਡਾ ਵਿਰੋਧ ਸਿਰਫ ਹੈਗਾ ਵਾ ਜੋ ਸਰਕਾਰ ਸਾਨੂੰ ਉਹਦਾ ਮੁਆਵਜ਼ਾ ਦੀ, ਸਾਡਾ ਵਿਰੋਧ ਉਹਦੇ ਨਾਲ ਆ। ਇੱਕ ਸ਼ਾਇਦ ਜੇ ਤੁਹਾਨੂੰ ਜਾਣਕਾਰੀ ਨਹੀਂ, ਮੈਂ ਥੋੜ੍ਹੇ ਵਾਅਦਾ ਕਰਦਾ ਵਾਂ ਵੀ ਇਹ ਪਹਿਲਾ ਹੀ ਰੋਡ ਆ ਸਾਡੇ ਪੰਜਾਬ ਦੇ ਵਿੱਚ ਬਣ ਰਿਹਾ ਜਿਹੜਾ ਜ਼ਮੀਨ ਤੋਂ 12 ਤੋਂ 14 ਫੁੱਟ ਉੱਚਾ ਬਣਨਾ ਵਾ, ਔਰ ਇਹਦੇ 12 ਤੋਂ 14 ਫੁੱਟ ਉੱਚਾ ਬਣਨ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਪੰਜਾਬ ਦੇ ਵਿੱਚ ਆਉਣੀਆਂ, ਸਰਕਾਰ ਨੂੰ ਉਸ ਚੀਜ਼ ਦਾ ਪਤਾ ਨਹੀਂ। ਪੰਜਾਬ ਸਰਕਾਰ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹ ਖੁਦ ਨਿਤਿਨ ਗਡਕਰੀ ਨੂੰ ਮਿਲੇ ਨੇ, ਕਿਉਂਕਿ ਪਹਿਲਾਂ ਪੰਜਾਬ ਦੇ ਕੁਝ ਜ਼ਿਲ੍ਹੇ ਇਸ ਪ੍ਰੋਜੈਕਟ ਦੇ ਵਿੱਚ ਆਉਂਦੇ ਸੀ, ਪਰ ਬਾਅਦ 'ਚ ਉਹਨਾਂ ਨੇ ਨਿਤਿਨ ਗਡਕਰੀ ਨੂੰ ਅਪੀਲ ਕੀਤੀ ਕਿ ਜਿਹੜੇ 7 ਹੋਰ ਜ਼ਿਲ੍ਹੇ ਨੇ ਉਹ ਵੀ ਐਡ ਕੀਤੇ ਜਾਣ ਪੰਜਾਬ ਦੇ ਇਸ ਦੇ ਵਿੱਚ। ਕੀ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਤੋਂ ਬੇਖਬਰ ਨੇ ਕਿ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਉਪਜਾਊ ਜ਼ਮੀਨ ਤੇ ਕਬਜ਼ਾ ਹੋ ਜਾਏਗਾ, 14 ਫੁੱਟ ਉੱਚੀ ਹੋ ਜਾਏਗੀ, ਅਨਇੰਪਲੋਇਮੈਂਟ ਵਧੇਗੀ? ਕੈਪਟਨ ਅਮਰਿੰਦਰ ਸਿੰਘ ਬੇਖਬਰ ਨੇ ਇਸ ਸਭ ਵਰਤਾਰੇ ਤੋਂ? ਪਤਾ ਨਹੀਂ, ਮਤਲਬ ਐਸੀ ਗੱਲ ਤੇ ਨਹੀਂ ਹੁੰਦੀ ਵੀ ਕੈਪਟਨ ਸਾਹਿਬ ਨੂੰ ਇਸ ਗੱਲ ਦਾ ਪਤਾ ਨਾ ਹੋਵੇ, ਕਿਉਂਕਿ ਪੰਜਾਬ ਦੇ ਮੁਖੀ ਨੇ, ਪਰ ਜਿਹੜੀ ਉਹ ਜ਼ਿੰਮੇਵਾਰੀ ਨਿਭਾ ਰਹੇ ਨੇ ਉਹ ਨਾ ਦੇ ਬਰਾਬਰ ਆ। ਅਜੇ ਤੱਕ ਕੋਈ ਵੀ, ਅਸੀਂ ਘੱਟੋ ਘੱਟ 3 ਵਾਰਾਂ ਸਾਡੀ ਜਥੇਬੰਦੀ ਜਿਹੜੀ ਆ, ਪ੍ਰਧਾਨ ਸਾਹਿਬ ਸਾਡੇ ਸਰਦਾਰ ਸੁਖਦੇਵ ਸਿੰਘ ਜੀ ਢਿੱਲੋਂ, ਡਿੱਕੀ ਭਾਜੀ, ਹੋਰ ਬੁੱਟਰ ਸਾਹਿਬ, ਸਾਰੇ ਜਾ ਕੇ ਉੱਥੇ ਜਾ ਕੇ ਕੈਪਟਨ ਸਾਹਿਬ ਨਾਲ ਮੁਲਾਕਾਤ ਸਾਡੀ ਹੋ ਚੁੱਕੀ ਆ, ਔਰ ਗਡਕਰੀ ਸਾਹਿਬ ਦੇ ਨਾਲ ਵੀ ਮੁਲਾਕਾਤ ਹੋ ਚੁੱਕੀ ਆ। ਪਰ ਤੁਸੀਂ ਜਾਣਦੇ ਹੋ ਕਿ ਜਦੋਂ ਕਿਸੇ ਸਰਕਾਰ ਦੇ ਨਾਲ ਗੱਲ ਕਰਨੀ ਉਹ ਸਾਡੀ ਪੰਜਾਬ ਸਰਕਾਰ ਹੀ ਕਰ ਸਕਦੀ ਹੈ, ਨਾ ਕਿ ਸਾਡੇ ਕਿਸਾਨ ਸਿੱਧੇ ਜਾ ਕੇ ਸੈਂਟਰ ਸਰਕਾਰ ਦੇ ਨਾਲ ਗੱਲ ਕਰ ਸਕਦੇ ਨੇ। ਕੈਪਟਨ ਅਮਰਿੰਦਰ ਸਿੰਘ ਦੇ ਕਿਸੇ ਨੁਮਾਇੰਦੇ, ਕਿਉਂਕਿ ਤੁਸੀਂ ਰਾਜਾ ਸਾਂਸੀ ਤੋਂ ਤੇ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਵੀ ਨੇ, ਕਿਸੇ ਨੁਮਾਇੰਦੇ ਦੇ ਨਾਲ ਗੱਲਬਾਤ ਕੀਤੀ ਗਈ ਹੋਵੇ ਤੁਹਾਡੀਆਂ ਮੁਸ਼ਕਿਲਾਂ ਦੇ ਬਾਰੇ? ਹਾਂਜੀ, ਅਸੀਂ ਹਲਕਾ ਰਾਜਾ ਸਾਂਸੀ ਨੂੰ ਬਿਲੋਂਗ ਕਰਦੇ ਹਾਂ। ਪਿੰਡ ਅਦਲੀਵਾਲ ਸਾਡਾ ਬਿਲਕੁਲ ਨਾਲ ਹੀ ਪਿੰਡ ਪੈਂਦਾ ਵਾ, ਔਰ ਨਗਰ ਪੰਚਾਇਤ ਰਾਜਾ ਸਾਂਸੀ ਦੇ 0 ਪੁਆਇੰਟ ਤੇ ਸਾਡਾ ਪਿੰਡ ਆ। ਸਾਡੀ ਜ਼ਮੀਨ ਸ਼ਹਿਰੀ ਆ। ਸਰਕਾਰ ਦੇ ਨੁਮਾਇੰਦੇ ਜਿਹੜੇ ਜਿਨ੍ਹਾਂ ਕਿ ਐਸਡੀਐਮ ਸਾਹਿਬ ਨੂੰ ਸਾਰੇ ਇਹਨਾਂ ਦੇ ਅਧਿਕਾਰ ਦਿੱਤੇ ਹੋਏ ਨੇ, ਉਹਨਾਂ ਨੇ ਸਾਡੀ ਜ਼ਮੀਨ, ਸ਼ਹਿਰੀ ਜ਼ਮੀਨ ਜਿਹੜੀ ਸਾਡੀ ਕਮਰਸ਼ੀਅਲ ਜ਼ਮੀਨ ਲਗਵਾਉਂਦੀ ਆ, ਉਹਨੂੰ ਗ੍ਰੀਨ ਜ਼ੋਨ ਦੇ ਵਿੱਚ ਪਾ ਕੇ ਬਿਲਕੁਲ ਕੌਡੀਆਂ ਦੇ ਭਾਅ ਸਾਨੂੰ ਉਹਦੇ ਪੈਸੇ ਦੇ ਰਹੀ ਆ। ਉਸ ਸੰਬੰਧ 'ਚ ਅਸੀਂ ਆਪਣੇ ਸਰਕਾਰੀਆ ਸਾਹਿਬ ਨਾਲ ਵੀ ਗੱਲ ਕੀਤੀ ਸੀ, ਤੇ ਉਹ ਘੱਟੋ ਘੱਟ 2 ਵਾਰਾਂ ਉਹਨਾਂ ਨੂੰ 3-4 ਵਾਰ ਮਿਲੇ ਆ। 2 ਵਾਰਾਂ ਸਾਡੀ ਸੀਟਿੰਗ ਉਹਨਾਂ ਨੇ ਉੱਥੋਂ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਡੀਸੀ ਖਹਿਰਾ ਸਾਹਿਬ ਨੇ ਉਹਨਾਂ ਦੇ ਨਾਲ ਵੀ ਕਰਾਈ ਆ। ਸਾਡੇ ਸੀਲ ਅਜਨਾਲਾ ਦੇ ਜਿਹੜੇ ਐਸਡੀਐਮ ਨੇ ਦੀਪਕ ਭਾੜੀਆ ਜੀ, ਉਹਨਾਂ ਨਾਲ ਵੀ ਸਾਡੀ ਗੱਲਬਾਤ ਹੋਈ ਆ, ਪਰ ਸਾਨੂੰ ਕੋਈ ਸੰਤੁਸ਼ਟੀ ਦਾ ਜਵਾਬ ਉਹਨਾਂ ਦਾ ਨਹੀਂ ਮਿਲਿਆ। ਤੁਹਾਡੀ ਜਿਹੜੀ ਜ਼ਮੀਨ ਹੈ ਲੱਗ ਰਹੀ ਹੈ, ਕਿੰਨਾ ਮੁਆਵਜ਼ਾ ਤੁਸੀਂ ਐਕਸਪੈਕਟ ਕਰਦੇ ਹੋ ਤੇ ਕਿੰਨਾ ਸਰਕਾਰ ਵੱਲੋਂ ਤੁਹਾਨੂੰ ਆਫਰ ਕੀਤਾ ਜਾ ਰਿਹਾ? ਜਿੱਥੋਂ ਦੀ ਗੱਲ ਮੈਂ ਆਪਣੇ ਪਿੰਡ ਦੀ ਕਰ ਰਿਹਾ ਹਾਂ, ਸਾਡਾ ਤਕਰੀਬਨ ਉਹ ਸਾਰਾ ਇਲਾਕਾ ਹੀ ਰਾਜਸਥਾਨ ਤੋਂ ਲੈ ਕੇ ਅਦਲੀਵਾਲ ਤੱਕ ਜਿਹੜਾ 1.25 ਕਿਲੋਮੀਟਰ ਦਾ ਡਿਸਟੈਂਸ ਹੈ ਅਦਲੀਵਾਲ ਰਾਜਸਥਾਨ ਜੀ ਦਾ, ਉਹ ਸਾਰਾ ਕਲੋਨਾਈਜ਼ਰ ਏਰੀਆ ਵਾ। ਉੱਥੇ ਕਲੋਨੀਆਂ ਬਣ ਰਹੀਆਂ ਨੇ, ਪ੍ਰੈਕਟੀਕਲੀ ਉੱਥੇ ਕੰਮ ਚੱਲ ਰਿਹਾ ਵਾ, ਔਰ ਉੱਥੇ ਘੱਟ ਤੋਂ ਘੱਟ 7,000 ਤੋਂ ਲੈ ਕੇ ਤੇ 15,000 ਰੁਪਇਆ ਗਜ ਦਾ ਰੇਟ ਹੈ ਮੇਨ ਰੋਡ ਦੇ ਉੱਤੇ ਲੈ ਕੇ। ਕੀ ਲੱਗਦਾ ਹੈ ਕਿ ਗੋਦਾਮ ਸਥਾਪਿਤ ਹੋਣ ਦੇ ਨਾਲ ਪੰਜਾਬ ਨੂੰ ਕੋਈ ਰਾਹਤ ਮਿਲੇਗੀ, ਪੰਜਾਬ ਨੂੰ ਕੋਈ ਫਰਕ ਪਏਗਾ? ਕਿਉਂਕਿ ਹਵਾਲਾ ਇਹ ਦਿੱਤਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਗੋਦਾਮ ਨੇ ਉਹ ਬਣਾਏ ਜਾਣਗੇ, ਰੁਜ਼ਗਾਰ ਵੀ ਵੱਧ ਸਕਦੇ ਨੇ। ਕੀ ਲੱਗਦਾ ਤੁਹਾਨੂੰ? ਜਿੱਦਾਂ ਤੁਸੀਂ ਦੱਸਿਆ ਕਿ 60 ਸਾਲ ਦੀ ਮੇਰੀ ਉਮਰ ਹੋ ਚੱਲੀ ਹੈ, ਜ਼ਿੰਦਗੀ ਦਾ ਤਜਰਬਾ ਕੀ ਕਹਿੰਦਾ? ਵੇਖੋ, ਬੜੀ ਖੁਸ਼ੀ ਦੀ ਗੱਲ ਆ, ਡਿਵੈਲਪਮੈਂਟ ਹੋਣੀ ਚਾਹੀਦੀ ਆ, ਪਰ ਕਿਸਾਨਾਂ ਨੂੰ ਉਜਾੜ ਕੇ ਤੇ ਨਹੀਂ ਹੋਣੀ ਚਾਹੀਦੀ। ਕਿ ਜਾਂ ਤਾਂ ਸਾਨੂੰ, ਵੇਖੋ, ਪਹਿਲੀ ਗੱਲ ਤੇ ਵੀ ਸਾਨੂੰ ਜਿਹੜੇ ਕਿਸਾਨਾਂ ਦੇ ਪਰਿਵਾਰ ਨੇ ਉਹਨਾਂ ਵਾਸਤੇ ਕੋਈ ਨੌਕਰੀਆਂ ਨਹੀਂ ਹੈਗੀਆਂ। ਤੁਸੀਂ ਵੇਖ ਰਹੇ ਹੋ ਕਿੰਨੇ, ਜਦੋਂ ਕਿਤੇ ਬੇਰੁਜ਼ਗਾਰੀ ਦੀ ਗੱਲ ਚੱਲਦੀ ਆ, ਚਾਹੇ ਉਹ ਪਟਵਾਰੀਆਂ ਦੀਆਂ ਅਸਾਮੀਆਂ ਹੋਣ, ਚਾਹੇ ਉਹ ਆਰਮੀ ਦੀਆਂ ਹੋਣ, ਚਾਹੇ ਉਹ ਪੁਲਿਸ ਦੀਆਂ ਹੋਣ, ਇੱਥੋਂ ਤੱਕ ਚਪੜਾਸੀ ਦੀ ਇੱਕ ਵੈਕੈਂਸੀ ਵੀ ਆ ਜੇ ਨਾ, ਉੱਥੇ ਵੀ 50,000 ਤੋਂ ਲੈ ਕੇ 1 ਲੱਖ ਤੱਕ ਜਿਹੜੇ ਵਿਚਾਰੇ ਬੇਰੁਜ਼ਗਾਰ ਨੌਜਵਾਨ ਉੱਥੇ ਜਾ ਕੇ ਡਾਂਗਾਂ ਖਾਂਦੇ ਨੇ ਪੁਲਿਸ ਦੀਆਂ। ਮੁਆਵਜ਼ੇ ਦੇ ਨਾਲ ਨਾਲ ਤੁਹਾਡੀ ਜ਼ਮੀਨ ਜਿਹੜੀ ਹੈ ਉਹ ਵੀ ਖੋਈ ਜਾਏਗੀ। ਪੰਜਾਬ ਦੇ ਵਿੱਚ ਸਭ ਤੋਂ ਵੱਡਾ ਕਿਰਤ ਧੰਦਾ ਖੇਤੀ ਦਾ ਹੈ, ਜਿਹੜੀ 60% ਪੋਪੂਲੇਸ਼ਨ ਉਹ ਖੇਤੀ ਤੇ ਡਿਪੈਂਡ ਆ, ਤੇ ਜੇ ਇਦਾਂ ਹੀ ਜ਼ਮੀਨਾਂ ਐਕਵਾਇਰ ਹੁੰਦੀਆਂ ਰਹੀਆਂ, ਇਦਾਂ ਹੀ ਜ਼ਮੀਨਾਂ ਚਲੀਆਂ ਜਾਂਦੀਆਂ ਰਹੀਆਂ, ਤਾਂ ਫਿਰ ਪੰਜਾਬ ਦੀ ਪੋਪੂਲੇਸ਼ਨ ਦਾ ਕੀ ਬਣੇਗਾ ਜਿਹੜੀ ਖੇਤੀ ਤੇ ਡਿਪੈਂਡ ਹੈ? ਤੁਸੀਂ ਬੜਾ ਸੋਹਣਾ ਸਵਾਲ ਕੀਤਾ ਜੀ। ਵੈਸੇ ਤੇ ਜਿਹੜੇ ਐਕਟ ਦੇ ਮੁਤਾਬਕ ਅਕਵਾਇਰ ਕਰ ਰਹੇ, ਜ਼ਮੀਨ ਕਰ ਰਹੇ ਆ, ਉਹਦੇ ਵਿੱਚ ਫੂਡ ਸੇਫਟੀ ਦਾ ਵੀ ਵਿੱਚ ਜਿਹੜਾ ਕੀਤਾ ਹੈ ਜੀ, ਐਕਟ ਦੇ ਵਿੱਚ ਆਉਂਦਾ ਵੀ ਆ, ਪਰ ਉਹਦੇ ਜੇ ਉਹ ਐਕਟ ਦੇ ਮੁਤਾਬਕ ਜਾਈਏ ਤੇ ਫਿਰ ਤੇ ਜ਼ਮੀਨ ਅਕਵਾਇਰ ਜਿਹੜੀ ਪੰਜਾਬ ਦੇ ਵਿੱਚ ਕਰਨੀ ਬਣਦੀ ਨਹੀਂ, ਕਿਉਂਕਿ ਜਿਹੜਾ ਪੰਜਾਬ ਆ ਉਹ ਤਕਰੀਬਨ ਸਾਰਾ ਜਿਹੜਾ ਹਿੰਦੁਸਤਾਨ ਦੇ ਵਿੱਚ ਵੀ ਜਿਹੜਾ ਭੰਡਾਰ ਹੁੰਦਾ ਵਾ, ਉਹਦੇ ਵਿੱਚ ਬਹੁਤ ਵੱਡਾ ਜਿਹੜਾ ਹਿੱਸਾ ਜਿਹੜਾ ਉਹ ਪੰਜਾਬ ਪਾਉਂਦਾ ਵਾ। ਬਿਹਾਰ ਦੀ ਪੋਪੂਲੇਸ਼ਨ ਜਿਹੜੀ ਸਾਡੇ ਤੇ ਡਿਪੈਂਡ ਹੈ, ਜਿਹਨੂੰ ਅਸੀਂ ਰੋਟੀ ਦੇ ਰਹੇ ਹਾਂ, ਸਾਡੇ ਕਿਸਾਨ ਜਿਹਦਾ ਜੀਵਨ ਨਿਰਬਾਹ ਦਾ ਇੱਕ ਵੱਡਾ ਸਾਧਨ ਬਣੇ ਹੋਏ ਨੇ, ਉਹਨਾਂ ਤੇ ਵੀ ਬਹੁਤ ਵੱਡਾ ਪ੍ਰਭਾਵ ਪੈ ਸਕਦਾ ਹੈ। ਬਿਲਕੁਲ ਜੀ, ਪ੍ਰਭਾਵ ਪੈਣਾ। ਜਦੋਂ ਜਿਹੜਾ ਪੰਜਾਬ ਜਿਹੜਾ ਅੰਨ ਉਗਾ ਕੇ ਸਾਰੇ ਹਿੰਦੁਸਤਾਨ ਨੂੰ ਦੇ ਰਿਹਾ ਵਾ, ਉਹ ਜਦੋਂ ਉੱਥੇ ਸਾਰੀਆਂ ਸੜਕਾਂ ਹੀ ਬਣ ਗਈਆਂ
ਤੇ ਉਹ ਇਫੈਕਟ ਤੇ ਪੈਣਾ ਸਾਰੇ ਹਿੰਦੁਸਤਾਨ ਤੇ ਪੈਣਾ ਜੇ। ਅੱਜ ਜਿਹੜਾ ਬਿਹਾਰ ਦੇ ਲੋਕ ਸਾਡੇ ਆਣ ਕੇ ਜਿਹੜਾ ਉਹ ਅੱਜ ਇੱਥੇ ਰੋਜੀ ਰੋਟੀ ਜਿਹੜੀ ਕਮਾਉਂਦੇ ਆ, ਉਹ ਜਦੋਂ ਜ਼ਮੀਨ ਹੀ ਨਾ ਰਹੀ ਤਾਂ ਉਹਨਾਂ ਵਿਚਾਰਿਆਂ ਨੂੰ ਵੀ ਜਿਹੜਾ ਕਿ ਨਹੀਂ ਉਹਨਾਂ ਦਾ ਨੁਕਸਾਨ ਤੇ ਉਹਨਾਂ ਦਾ ਵੀ ਹੋਣਾ ਵਾ। ਮੁੜ ਕੇ ਸਮਾਂ ਇਹੋ ਜਿਹਾ ਆਉਣਾ ਵਾ, ਅੱਜ ਅਸੀਂ ਬਿਹਾਰ ਨੂੰ ਜਾਂ ਹਿੰਦੁਸਤਾਨ ਨੂੰ ਸਾਰੇ ਨੂੰ ਜਿਹੜਾ ਉਹ ਅੰਨ ਦਿੰਦੇ ਆ ਜਾਂ ਆਪਣਾ ਦਾਣਾ ਪਾਣੀ ਦਿੰਦੇ ਆ, ਮੁੜ ਕੇ ਸਾਨੂੰ ਜਿਹੜਾ ਬਾਹਰੋਂ ਜਿਹੜਾ ਰਾਜਸਥਾਨ ਤੋਂ ਜਾਂ ਬਿਹਾਰ ਵਰਗੇ ਜਿਹੜੇ ਸੂਬਿਆਂ ਤੋਂ ਸਾਨੂੰ ਜਿਹੜਾ ਲੈ ਕੇ ਆਉਣਾ ਪੈਣਾ ਵਾ। ਜਿਹੜੇ ਹਾਈਵੇਜ਼ ਨੇ ਵੱਡੇ ਵੱਡੇ ਹਾਈਵੇਜ਼ ਪੰਜਾਬ ਤੋਂ ਨਿਕਲ ਰਹੇ ਨੇ, ਕਿਉਂ ਪੰਜਾਬ ਵੀ ਖਿੱਚ ਦਾ ਕੇਂਦਰ ਕਿਉਂ ਰਹਿੰਦਾ ਹੈ? ਕੀ ਕਾਰਨ ਹੈ? ਪੰਜਾਬ ਬਹੁਤ ਜ਼ਿਆਦਾ ਮਜ਼ਬੂਤ ਹੈ ਅਰਥ ਵਿਵਸਥਾ ਕਰਕੇ, ਕੀ ਕਾਰਨ ਲੱਗਦੇ ਨੇ? ਦੇਖੋ ਜੀ, ਜਿਹੜਾ ਇੱਧਰ ਦੀ ਜਿਹੜੇ ਕਾਰਪੋਰੇਟ ਘਰਾਣੇ ਆ, ਉਹਨਾਂ ਨੇ ਆਪਣਾ ਵਪਾਰ ਚਲਾਉਣ ਵਾਸਤੇ ਇੱਧਰ ਜਿਹੜਾ ਅਰਬ ਕੰਟਰੀਆਂ ਵਾ ਜਾਂ ਯੂਰਪ ਕੰਟਰੀਆਂ ਵਾ, ਉਹਨੂੰ ਵਪਾਰ ਚਲਾਉਣ ਵਾਸਤੇ ਇੱਕ ਪੰਜਾਬ ਜਿਹੜਾ ਉਹ ਜਿਹੜੇ ਇਹਨਾਂ ਦੇ ਵੱਡੇ ਰੋਡ ਬਣੇ ਜਾਂ ਚਾਈਨਾ ਬਣਾ ਕੇ ਲਿਆ ਜਾਂ ਪਾਕਿਸਤਾਨ ਬਣਿਆ, ਇਹ ਜਿਹੜਾ ਪੰਜਾਬ ਆ ਇਹ ਬਿਲਕੁਲ ਨਜ਼ਦੀਕ ਪੈਂਦਾ ਜੀ। ਇਹ ਉਹਨਾਂ ਦਾ ਜ਼ਰੀਆ ਬਣਨਾ ਜੀ ਇੱਧਰ ਜਿਹੜਾ ਵਪਾਰ ਕਰਨ ਦਾ। ਉਹ ਵਪਾਰ ਦੀ ਆੜ ਦੇ ਵਿੱਚ ਪੰਜਾਬ ਜਿਹੜਾ ਕਿ ਇਹਨਾਂ ਨੇ ਸਾਰਾ ਜਿਹੜਾ ਤਬਾਹ ਕਰਕੇ ਰੱਖ ਦੇਣਾ ਵਾ। ਸਤਿ ਸ਼੍ਰੀ ਅਕਾਲ, ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਰੀਤ ਕੌਰ। ਕਿਸਾਨੀ ਸੰਘਰਸ਼ ਦੀਆਂ ਮੰਗਾਂ ਅਸੀਂ ਲਗਾਤਾਰ ਤੁਹਾਨੂੰ ਵਿਖਾਉਂਦੇ ਰਹੇ ਹਾਂ, ਪਰ ਹੁਣ ਭਾਰਤ ਮਾਲਾ ਪ੍ਰੋਜੈਕਟ ਯਾਨੀ ਕਿ ਦੇਸ਼ ਦੇ ਵਿੱਚੋਂ ਨੈਸ਼ਨਲ ਹਾਈਵੇਜ਼ ਦੀ ਇੱਕ ਮਾਲਾ ਤਿਆਰ ਕੀਤੀ ਜਾਏਗੀ ਜਿਹੜੀ ਕਿ ਪੂਰੇ ਦੇਸ਼ ਨੂੰ ਕਵਰ ਕਰੇਗੀ, ਜਿਸ ਦੇ ਵਿੱਚ ਪੰਜਾਬ ਵੀ ਜਿਹੜਾ ਹੈ ਉਸ ਨੂੰ ਵੀ ਸ਼ਾਮਿਲ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਕੇਂਦਰੀ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਦੇ ਨਾਲ ਮਿਲ ਕੇ ਖੁਦ ਇਹ ਪ੍ਰਸਤਾਵ ਉਹਨਾਂ ਨੂੰ ਦੇ ਕੇ ਆਏ ਨੇ ਕਿ ਇਸ ਪ੍ਰੋਜੈਕਟ ਦੇ ਵਿੱਚ ਪੰਜਾਬ ਦੇ ਕੁਝ ਹੋਰ ਜ਼ਿਲ੍ਹੇ ਜਿਹੜੇ ਨੇ ਐਡ ਕੀਤੇ ਜਾਣ। ਔਰ 2015 ਦੇ ਵਿੱਚ ਜਿਹੜਾ ਇਹ ਪ੍ਰਸਤਾਵ ਹੈ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਹੁਣ ਅਮਲੀ ਰੂਪ ਪਹਿਨਾਇਆ ਜਾਣਾ ਹੈ। ਸ਼ੁਰੂਆਤ ਜਿਹੜੀ ਆ ਹੋ ਚੁੱਕੀ ਆ, ਪਰ ਭਾਰਤਮਾਲਾ ਪ੍ਰੋਜੈਕਟ ਜਿਹੜਾ ਇਸ ਦਾ ਵਿਰੋਧ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਕਿਉਂ ਕੀਤਾ ਜਾ ਰਿਹਾ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਰ, ਰਾਜ ਮਾਰਗ ਮੰਤਰਾਲੇ ਦੇ ਵੱਲੋਂ ਰਾਸ਼ਟਰੀ ਜਿਹੜੇ ਰਾਜ ਮਾਰਗ ਨੇ ਉਹਨਾਂ ਨੂੰ ਡਿਵੈਲਪ ਕਰਨਾ ਹੈ, ਯਾਨੀ ਕਿ ਪੂਰੇ ਭਾਰਤ ਦੇ ਵਿੱਚ ਜਿਹੜੇ ਰਾਜ ਮਾਰਗ ਨੇ ਉਹਨਾਂ ਦੇ ਵਿੱਚ ਵਾਧਾ ਕੀਤਾ ਜਾਏਗਾ, ਜਿਸ ਦੇ ਵਿੱਚ ਪੰਜਾਬ ਵੀ ਸ਼ਾਮਿਲ ਹੈ। ਤੇ ਤੁਸੀਂ ਇਸ ਚੀਜ਼ ਦਾ ਵਿਰੋਧ ਕਿਉਂ ਕਰ ਰਹੇ ਹੋ? ਕਿਉਂਕਿ ਸਫ਼ਰ ਤਾਂ ਘਟੇਗਾ, ਬਹੁਤ ਸਾਰੀਆਂ ਸਹੂਲਤਾਂ ਇਸ ਦੇ ਨਾਲ ਆਉਣਗੀਆਂ, ਸਫ਼ਰ ਦੀ ਦੂਰੀ ਜਿਹੜੀ ਹੈ ਘਟ ਜਾਏਗੀ। ਤੁਹਾਡਾ ਵਿਰੋਧ ਕਰਨ ਦਾ ਕਾਰਨ ਕੀ ਹੈ? ਨਹੀਂ, ਸਾਡਾ ਇਹਦੇ ਮਾਰਗ ਦੇ ਨਾਲ ਵਿਰੋਧ ਸਾਡਾ ਕੋਈ ਨਹੀਂ ਹੈਗਾ। ਸਾਡਾ ਵਿਰੋਧ ਸਿਰਫ ਹੈਗਾ ਵਾ ਜੋ ਸਰਕਾਰ ਸਾਨੂੰ ਉਹਦਾ ਮੁਆਵਜ਼ਾ ਦੀ, ਸਾਡਾ ਵਿਰੋਧ ਉਹਦੇ ਨਾਲ ਆ। ਇੱਕ ਸ਼ਾਇਦ ਜੇ ਤੁਹਾਨੂੰ ਜਾਣਕਾਰੀ ਨਹੀਂ, ਮੈਂ ਥੋੜ੍ਹੇ ਵਾਅਦਾ ਕਰਦਾ ਵਾਂ ਵੀ ਇਹ ਪਹਿਲਾ ਹੀ ਰੋਡ ਆ ਸਾਡੇ ਪੰਜਾਬ ਦੇ ਵਿੱਚ ਬਣ ਰਿਹਾ ਜਿਹੜਾ ਜ਼ਮੀਨ ਤੋਂ 12 ਤੋਂ 14 ਫੁੱਟ ਉੱਚਾ ਬਣਨਾ ਵਾ। ਔਰ ਇਹਦੇ 12 ਤੋਂ 14 ਫੁੱਟ ਉੱਚਾ ਬਣਨ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਪੰਜਾਬ ਦੇ ਵਿੱਚ ਆਉਣੀਆਂ, ਸਰਕਾਰ ਨੂੰ ਉਸ ਚੀਜ਼ ਦਾ ਪਤਾ ਨਹੀਂ। ਔਰ ਇਹ ਜਿਹੜੇ ਰੋਡ ਬਣ ਰਹੇ ਨੇ, ਜਿਹੜੇ ਨਵੇਂ ਰੋਡ ਜਿਹੜੇ 2021, 22, 23 ਤੱਕ ਬਣਨੇ ਨੇ, ਇਹਨਾਂ ਘੱਟੋ ਘੱਟ 25,000 ਏਕੜ ਪੰਜਾਬ ਦੀ ਉਪਜਾਊ ਜ਼ਮੀਨ ਆ ਰਹੀ ਆ। ਪੰਜਾਬ ਦੇ ਕੋਲ ਅੱਗੇ ਵੀ ਜਿਹੜਾ ਵਾਹੀਯੋਗ ਖੇਤਰਫਲ ਹੈ ਉਹ ਬਹੁਤ ਘੱਟ ਆ, ਤੇ ਇਹ ਇੱਕ ਬਹੁਤ ਵੱਡਾ ਉਜਾੜਾ ਵਾ। ਔਰ ਦੂਸਰੀ ਗੱਲ ਇਹ ਵੀ ਜਿਸ ਤਰ੍ਹਾਂ ਸਾਡੇ ਇੱਥੇ ਬੇਰੁਜ਼ਗਾਰੀ ਵੱਧ ਰਹੀ ਹੈ, ਜੇ ਖੇਤੀ ਥੱਲੇ ਜ਼ਮੀਨ ਘਟ ਗਈ ਤੇ ਸਾਡੇ ਨੌਜਵਾਨ ਬੱਚਿਆਂ ਨੂੰ ਰੁਜ਼ਗਾਰ ਦਾ ਕੋਈ ਸਾਧਨ ਉਹਨਾਂ ਕੋਲ ਰਹਿ ਹੀ ਨਹੀਂ ਜਾਣਾ, ਤੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਉਹ ਕੀ ਕਰੂਗੀ? ਪਹਿਲਾਂ ਤੋਂ ਹੀ ਤੁਸੀਂ ਵੇਖ ਰਹੇ ਹੋ ਸਾਡੇ ਕਿੰਨੇ ਬੱਚੇ ਜਿਹੜੇ ਨੌਜਵਾਨ ਨੇ ਉਹ ਸਾਰੇ ਵਿਦੇਸ਼ਾਂ ਨੂੰ ਭੱਜ ਰਹੇ ਨੇ, ਪਰ ਸਰਕਾਰ ਇਸ ਚੀਜ਼ ਨੂੰ ਲੈ ਕੇ ਕਦੀ ਥੋੜਾ ਵੀ ਗੰਭੀਰ ਨਹੀਂ ਗਈ। ਉਹ ਬਿਲਕੁਲ ਮੁਫਤ ਦੇ ਭਾਅ ਅਡਾਨੀ ਅੰਬਾਨੀ ਨੂੰ ਸਾਡੀ ਜ਼ਮੀਨ ਖੋਹ ਕੇ ਦੇਣਾ ਚਾਹੁੰਦੀ ਆ, ਔਰ ਅਸੀਂ ਇਹ ਜਿਹੜੀ ਜ਼ਮੀਨ ਆ ਸਰਕਾਰ ਦੀ ਸਕੀਮ ਤੇ ਕਦੀ ਵੀ ਨਹੀਂ ਦੇਵਾਂਗੇ। ਪੰਜਾਬ ਸਰਕਾਰ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹ ਖੁਦ ਨਿਤਿਨ ਗਡਕਰੀ ਨੂੰ ਮਿਲੇ ਨੇ, ਕਿਉਂਕਿ ਪਹਿਲਾਂ ਪੰਜਾਬ ਦੇ ਕੁਝ ਜ਼ਿਲ੍ਹੇ ਇਸ ਪ੍ਰੋਜੈਕਟ ਦੇ ਵਿੱਚ ਆਉਂਦੇ ਸੀ, ਪਰ ਬਾਅਦ 'ਚ ਉਹਨਾਂ ਨੇ ਨਿਤਿਨ ਗਡਕਰੀ ਨੂੰ ਅਪੀਲ ਕੀਤੀ ਕਿ ਜਿਹੜੇ 7 ਹੋਰ ਜ਼ਿਲ੍ਹੇ ਨੇ ਉਹ ਵੀ ਐਡ ਕੀਤੇ ਜਾਣ ਪੰਜਾਬ ਦੇ ਇਸ ਦੇ ਵਿੱਚ। ਕੀ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਤੋਂ ਬੇਖਬਰ ਨੇ ਕਿ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਉਪਜਾਊ ਜ਼ਮੀਨ ਤੇ ਕਬਜ਼ਾ ਹੋ ਜਾਏਗਾ, 14 ਫੁੱਟ ਉੱਚੀ ਹੋ ਜਾਏਗੀ, ਅਨਇੰਪਲੋਇਮੈਂਟ ਵਧੇਗੀ, ਕੈਪਟਨ ਅਮਰਿੰਦਰ ਸਿੰਘ ਬੇਖਬਰ ਨੇ ਇਸ ਸਭ ਵਰਤਾਰੇ ਤੋਂ? ਪਤਾ ਨਹੀਂ, ਮਤਲਬ ਐਸੀ ਗੱਲ ਤੇ ਨਹੀਂ ਹੁੰਦੀ ਵੀ ਕੈਪਟਨ ਸਾਹਿਬ ਨੂੰ ਇਸ ਗੱਲ ਦਾ ਪਤਾ ਨਾ ਹੋਵੇ, ਕਿਉਂਕਿ ਪੰਜਾਬ ਦੇ ਮੁਖੀ ਨੇ, ਪਰ ਜਿਹੜੀ ਉਹ ਜ਼ਿੰਮੇਵਾਰੀ ਨਿਭਾ ਰਹੇ ਨੇ ਉਹ ਨਾਂ ਦੇ ਬਰਾਬਰ ਆ। ਅਜੇ ਤੱਕ ਕੋਈ ਵੀ ਅਸੀਂ ਘੱਟੋ ਘੱਟ 3 ਵਾਰਾਂ ਸਾਡੀ ਜਥੇਬੰਦੀ ਜਿਹੜੀ ਆ ਪ੍ਰਧਾਨ ਸਾਹਿਬ ਸਾਡੇ ਸਰਦਾਰ ਸੁਖਦੇਵ ਸਿੰਘ ਜੀ ਢਿੱਲੋਂ, ਡਿੱਕੀ ਭਾਜੀ, ਹੋਰ ਬੁੱਟਰ ਸਾਹਿਬ ਸਾਰੇ ਜਾ ਕੇ ਉੱਥੇ ਜਾ ਕੇ ਕੈਪਟਨ ਸਾਹਿਬ ਨਾਲ ਮੁਲਾਕਾਤ ਸਾਡੀ ਹੋ ਚੁੱਕੀ ਆ, ਔਰ ਗਡਕਰੀ ਸਾਹਿਬ ਦੇ ਨਾਲ ਵੀ ਮੁਲਾਕਾਤ ਹੋ ਚੁੱਕੀ ਆ। ਪਰ ਤੁਸੀਂ ਜਾਣਦੇ ਹੋ ਕਿ ਜਦੋਂ ਕਿਸੇ ਸਰਕਾਰ ਦੇ ਨਾਲ ਗੱਲ ਕਰਨੀ ਉਹ ਸਾਡੀ ਪੰਜਾਬ ਸਰਕਾਰ ਹੀ ਕਰ ਸਕਦੀ ਹੈ, ਨਾ ਕਿ ਸਾਡੇ ਕਿਸਾਨ ਸਿੱਧੇ ਜਾ ਕੇ ਸੈਂਟਰ ਸਰਕਾਰ ਦੇ ਨਾਲ ਗੱਲ ਕਰ ਸਕਦੇ ਨੇ। ਪਰ ਸਾਡੀ ਸੁਣਵਾਈ ਨਾ ਹੁੰਦੀ ਵੇਖ ਕੇ ਸਾਡੇ ਕਿਸਾਨਾਂ ਨੇ ਆਪਣਾ ਹੀਆ ਕੀਤਾ, ਔਰ ਜਾ ਕੇ ਸੈਂਟਰ ਦੇ ਵਿੱਚ ਆਪਣੀਆਂ ਸਿਫਾਰਸ਼ਾਂ ਲੱਭ ਕੇ ਤੇ ਗਡਕਰੀ ਸਾਹਿਬ ਨਾਲ ਵੀ ਗੱਲ ਕੀਤੀ ਗਈ। ਜਦੋਂ ਗਡਕਰੀ ਸਾਹਿਬ ਦਾ ਜਵਾਬ ਇਹ ਸੀਗਾ ਵੀ ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਗੀ, ਅਸੀਂ ਤੁਹਾਡੇ ਪੰਜਾਬ ਨੂੰ ਘੱਟੋ ਘੱਟ 80-90 ਲੱਖ ਰੁਪਏ ਦੀ ਐਵਰੇਜ ਦੇ ਰਹੇ ਹਾਂ, ਜਿੱਥੇ ਕਿਤੇ ਮਾੜਾ ਚੰਗੀ ਜ਼ਮੀਨ ਉਸ ਹਿਸਾਬ ਦੇ ਨਾਲ ਵੀ।
ਤੇ ਪਰ ਜਦੋਂ ਪੰਜਾਬ ਸਰਕਾਰ ਦੇ ਨਾਲ ਸਾਡੀ ਗੱਲਬਾਤ ਹੁੰਦੀ ਆ, ਸੀਐਮ ਸਾਹਿਬ ਦਾ ਸਾਨੂੰ ਅੱਜ ਤੋਂ 2 ਮਹੀਨੇ ਪਹਿਲਾਂ ਦਾ ਕਲਾਰਾ ਸੀਗਾ ਵੀ ਵੇਖੋ ਤੁਹਾਡੀ ਗੱਲ ਜਿਹੜੀ ਆ ਮੈਂ ਗੜਕਰੀ ਸਾਹਿਬ ਦੇ ਕੋਲ ਜਾ ਕੇ ਰੱਖੂੰਗਾ ਤੇ ਜਲਦੀ ਤੋਂ ਜਲਦੀ ਤੁਹਾਡੇ ਇਸ ਮਸਲੇ ਨੂੰ ਹੱਲ ਕੀਤਾ ਜਾਊਗਾ। ਪਰ ਅੱਜ ਤੱਕ ਜਿਹੜਾ ਸਾਡਾ ਮਸਲਾ ਜਿਉਂਦਾ ਤਿਉਂ ਹੀ ਆ। ਗਡਕਰੀ ਸਾਹਿਬ ਤੱਕ ਤੁਸੀਂ ਪਹੁੰਚ ਕੀਤੀ ਤੇ ਪੰਜਾਬ ਦੀ ਗੱਲ ਕਰ ਲਈਏ, ਮੁੱਖ ਮੰਤਰੀ ਜਿਹੜੇ ਖੁਦ ਜਾ ਕੇ ਉੱਥੇ ਕਹਿ ਕੇ ਆਏ ਸੀ ਵੀ 7 ਜ਼ਿਲ੍ਹੇ ਹੋਰ ਜਿਹੜੇ ਨੇ ਐਡ ਕਰੋ, ਇਸ ਦੇ ਨਾਲ ਜਿਹੜਾ ਪ੍ਰੋਜੈਕਟ ਹੈ ਡਿਵੈਲਪ ਵੀ ਹੋਊਗਾ ਤੇ ਡਿਵੈਲਪਮੈਂਟ ਪੰਜਾਬ ਦੇ ਵਿੱਚ ਹੋਰ ਵੀ ਵਧੂਗੀ। ਕੈਪਟਨ ਅਮਰਿੰਦਰ ਸਿੰਘ ਦੇ ਕਿਸੇ ਨੁਮਾਇੰਦੇ, ਕਿਉਂਕਿ ਤੁਸੀਂ ਰਾਜਾ ਸਾਂਸੀ ਤੋਂ ਤੇ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਵੀ ਨੇ, ਕਿਸੇ ਨੁਮਾਇੰਦੇ ਦੇ ਨਾਲ ਗੱਲਬਾਤ ਕੀਤੀ ਗਈ ਹੋਵੇ ਤੁਹਾਡੀਆਂ ਮੁਸ਼ਕਿਲਾਂ ਦੇ ਬਾਰੇ? ਹਾਂਜੀ, ਅਸੀਂ ਹਲਕਾ ਰਾਜਾ ਸਾਂਸੀ ਨੂੰ ਬਿਲੋਂਗ ਕਰਦੇ ਹਾਂ। ਪਿੰਡ ਅਦਲੀਵਾਲ ਸਾਡਾ ਬਿਲਕੁਲ ਨਾਲ ਹੀ ਪਿੰਡ ਪੈਂਦਾ ਵਾ ਔਰ ਨਗਰ ਪੰਚਾਇਤ ਰਾਜਾ ਸਾਂਸੀ ਦੇ 0 ਪੁਆਇੰਟ ਤੇ ਸਾਡਾ ਪਿੰਡ ਆ। ਸਾਡੀ ਜ਼ਮੀਨ ਸ਼ਹਿਰੀ ਆ। ਸਰਕਾਰ ਦੇ ਨੁਮਾਇੰਦੇ ਜਿਹੜੇ ਜਿਨ੍ਹਾਂ ਕਿ ਐਸਡੀਐਮ ਸਾਹਿਬ ਨੂੰ ਸਾਰੇ ਇਹਨਾਂ ਨੇ ਅਧਿਕਾਰ ਦਿੱਤੇ ਹੋਏ ਨੇ, ਉਹਨਾਂ ਨੇ ਸਾਡੀ ਜ਼ਮੀਨ ਸ਼ਹਿਰੀ ਜ਼ਮੀਨ ਜਿਹੜੀ ਸਾਡੀ ਕਮਰਸ਼ੀਅਲ ਜ਼ਮੀਨ ਕਮਾਉਂਦੀ ਆ ਉਹਨੂੰ ਗ੍ਰੀਨ ਜ਼ੋਨ ਦੇ ਵਿੱਚ ਪਾ ਕੇ ਬਿਲਕੁਲ ਕੌਡੀਆਂ ਦੇ ਭਾਅ ਸਾਨੂੰ ਉਹਦੇ ਪੈਸੇ ਦੇ ਰਹੀ ਆ। ਉਸ ਸੰਬੰਧ ਅਸੀਂ ਆਪਣੇ ਸਰਕਾਰੀਆ ਸਾਹਿਬ ਨਾਲ ਗੱਲ ਕੀਤੀ ਸੀ ਤੇ ਘੱਟੋ ਘੱਟ 2 ਵਾਰ ਉਹਨਾਂ ਨੂੰ 3-4 ਵਾਰ ਮਿਲੇ ਆ। 2 ਵਾਰਾਂ ਸਾਡੀ ਸੀਟਿੰਗ ਉਹਨਾਂ ਨੇ ਉੱਥੋਂ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਡੀਸੀ ਖਹਿਰਾ ਸਾਹਿਬ ਨੇ ਉਹਨਾਂ ਦੇ ਨਾਲ ਵੀ ਕਰਾਈ ਆ। ਸਾਡੇ ਜ਼ਿਲ੍ਹਾ ਅਜਨਾਲਾ ਦੇ ਜਿਹੜੇ ਐਸਡੀਐਮ ਨੇ ਦੀਪਕ ਭਾੜੀਆ ਜੀ, ਉਹਨਾਂ ਨਾਲ ਵੀ ਸਾਡੀ ਗੱਲਬਾਤ ਹੋਈ ਆ, ਪਰ ਸਾਨੂੰ ਕੋਈ ਸੰਤੁਸ਼ਟੀ ਦਾ ਜਵਾਬ ਉਹਨਾਂ ਦਾ ਨਹੀਂ ਮਿਲਿਆ। ਤੇ ਹੁਣ ਅਸੀਂ ਇਸੇ ਵਾਸਤੇ ਇੱਕ ਮੁਹਾਲੀ ਦਾ ਪ੍ਰੋਗਰਾਮ ਸੀਗਾ ਜਥੇਬੰਦੀ ਦਾ ਰੱਖਿਆ, ਇਸ ਸਰਕਾਰ ਨੂੰ ਜਗਾਉਣ ਵਾਸਤੇ। ਅੱਜ ਸਾਰੇ ਅਸੀਂ ਇੱਥੇ ਕਿਸਾਨ ਭਰਾ ਇਕੱਠੇ ਹੋਏ ਆ। ਇੱਥੋਂ ਅੱਗੇ ਜਿਹੜਾ ਕੋਈ ਜਥੇਬੰਦੀ ਪ੍ਰੋਗਰਾਮ ਲਿਖੂਗੀ ਅਸੀਂ ਉਹਦੇ ਹੂਬਹੂ ਨਾਲ ਚੱਲਾਂਗੇ ਤੇ ਅਸੀਂ ਆਪਣੀ ਜ਼ਮੀਨ ਕਦੀ ਵੀ ਨਾ ਸਰਕਾਰ ਨੂੰ ਕੌਡੀਆਂ ਦੇ ਭਾਅ ਨਹੀਂ ਦੇਵਾਂਗੇ। ਇਸ ਤੋਂ ਪਹਿਲਾਂ ਦੀ ਜੇ ਗੱਲ ਕਰੀਏ ਤੇ ਕੈਪਟਨ ਅਕਾਲੀ ਦਲ ਦੀ ਸਰਕਾਰ 10 ਸਾਲ ਸੱਤਾ ਦੇ ਵਿੱਚ ਰਹੀ ਹੈ ਤੇ ਜਦੋਂ ਵੀ ਸੁਖਬੀਰ ਬਾਦਲ ਦੇ ਭਾਸ਼ਣ ਸੁਣੇ ਜਾਂਦੇ ਨੇ ਤਾਂ ਹੁੱਬ ਕੇ ਉਹ ਇਹ ਚੀਜ਼ ਕਹਿੰਦੇ ਨੇ ਕਿ ਜਦੋਂ ਸਾਡੀ ਸਰਕਾਰ ਸੱਤਾ ਦੇ ਵਿੱਚ ਸੀ ਤਾਂ ਸੜਕਾਂ ਦਾ ਜਾਲ ਵਿਛਾਇਆ ਗਿਆ, ਗੱਡੀ ਦੀ ਬੋਨਟ ਤੇ ਚਾਹ ਦਾ ਗਲਾਸ ਰੱਖ ਲਓ, ਪੂਰਾ ਪੰਜਾਬ ਘੁੰਮਿਓ, ਚਾਹ ਦਾ ਗਲਾਸ ਨਹੀਂ ਡੁੱਲੇਗਾ। ਉਸ ਵੇਲੇ ਵੀ ਜ਼ਮੀਨਾਂ ਐਕਵਾਇਰ ਹੋਈਆਂ, ਉਸ ਵੇਲੇ ਵੀ ਪੰਜਾਬ ਦੀ ਹਿੱਕ ਚੀਰ ਕੇ ਜਿਹੜੇ ਹਾਈਵੇਜ਼ ਨੇ ਉਹ ਨਿਕਲੇ ਨੇ। ਦੂਰੀ ਜ਼ਰੂਰ ਘਟੀ ਹੈ ਇੱਕ ਸਫ਼ਰ ਤੋਂ ਦੂਜੇ ਮੰਜ਼ਲ ਤੱਕ ਜਾਣ ਦੀ, ਪਰ ਕੀ ਉਸ ਵੇਲੇ ਮੁਆਵਜ਼ਾ ਜੋ ਤੁਸੀਂ ਮੰਗਿਆ ਮਿਲਿਆ ਜਾਂ ਜੋ ਸੁਖਬੀਰ ਬਾਦਲ ਕਹਿੰਦੇ ਨੇ ਕਿ ਉਸ ਵੇਲੇ ਪੂਰਾ ਧਿਆਨ ਰੱਖਿਆ ਗਿਆ ਸੀ ਉਹ ਹੋਇਆ? ਅਸਲ ਦੇ ਵਿੱਚ ਗੱਲ ਇਸ ਤਰ੍ਹਾਂ ਵੀ ਜਿੰਨੇ ਵੀ ਸੜਕਾਂ ਹੁਣ ਤੱਕ ਬਣੀਆਂ ਨੇ ਉਹਨਾਂ ਦੀਆਂ 90% ਸੜਕਾਂ ਜਿਹੜੀਆਂ ਮਾਲਵੇ ਦੇ ਵਿੱਚ ਹੀ ਬਣੀਆਂ ਨੇ। ਇਹ ਜਿਹੜੀ ਸੜਕ ਆ ਮੇਰੀ ਸੰਭਾਲ ਦੇ ਵਿੱਚ ਮੇਰੀ ਲਗਭਗ 60 ਸਾਲ ਦੀ ਉਮਰ ਹੋ ਚੱਲੀ ਆ ਲਗਭਗ। ਮੈਂ ਪਹਿਲਾ ਪ੍ਰੋਜੈਕਟ ਹੀ ਵੇਖਿਆ ਜਿਹੜਾ ਇੱਥੋਂ ਮਾਲਵੇ ਤੋਂ ਲੈ ਕੇ ਤੇ ਮਾਝੇ ਤੱਕ ਗਿਆ ਵਾ। ਔਰ ਸਾਡੇ ਮੈਂ ਸੁਣਦਾ ਜ਼ਰੂਰ ਇਹ ਰਿਹਾ ਵੀ ਜਦੋਂ ਅਕਾਲੀ ਸਰਕਾਰ ਸੀ ਉਹਨੇ ਚੰਗੇ ਮੁਆਵਜ਼ੇ ਦਿੱਤੇ ਨੇ। ਜਿਹੜੇ ਸਾਡੇ ਸੱਜਣ ਸਾਡੇ ਸਹਿਯੋਗੀ ਨੇ ਹੋਰ ਜਿਨ੍ਹਾਂ ਦੀ ਜ਼ਮੀਨ ਹੁਣ ਆਈ ਆ ਉਹਨਾਂ ਦੇ ਇੱਥੋਂ ਕਹਿਣਾ ਵੀ ਕਿਸੇ ਵੀ ਜ਼ਮੀਨ ਦਾ 1.25 ਕਰੋੜ ਤੋਂ 1.5 ਕਰੋੜ ਤੋਂ ਘੱਟ ਨਹੀਂ ਮਿਲਿਆ। ਇੱਥੋਂ ਤੱਕ ਕਿ ਈਵਨ 4 ਤੋਂ 5 ਕਰੋੜ ਰੁਪਈਆ ਵੀ ਉਹਨਾਂ ਦਾ ਕਿੱਲੇ ਦਾ ਜ਼ਮੀਨ ਦਾ ਰੇਟ ਉਹਨਾਂ ਨੂੰ ਮਿਲਿਆ ਵਾ। ਇਸ ਵਾਰੀ ਸਰਕਾਰ ਨੇ ਇੱਕ ਹੋਰ ਬੜੀ ਚਾਲ ਟੇਢੀ ਜਿਹੀ ਖੇਡੀ ਆ ਵੀ ਜ਼ਮੀਨ ਦਾ ਇੱਕੋ ਹੀ ਰੇਟ ਪੂਰੇ ਪਿੰਡ ਦਾ ਇਹ ਅਨਾਉਂਸ ਕਰ ਰਹੀ ਆ, ਜਦੋਂ ਕਿ ਆਮ ਤੌਰ ਤੇ ਹੁੰਦਾ ਕਿ ਵੀ ਸੜਕਾਂ ਦੇ ਨਾਲ ਹੀ ਜ਼ਮੀਨਾਂ ਨੇ 3 ਤੋਂ 4 ਤੋਂ 5 ਕਿੱਲੇ ਤੱਕ ਉਹਨਾਂ ਜ਼ਮੀਨਾਂ ਦੇ ਰੇਟ ਹਮੇਸ਼ਾ ਦੂਜੇ ਪਿੰਡ ਦੀ ਜ਼ਮੀਨ ਦੇ ਨਾਲੋਂ 3 ਤੋਂ 4 ਗੁਣਾ ਮਹਿੰਗੇ ਹੁੰਦੇ ਨੇ। ਪਰ ਇੱਥੇ ਕਿ ਐਵਰੇਜ ਦੇ ਵਿੱਚ ਰੇਟ ਦੇ ਕੇ ਸਰਕਾਰ ਇਹ ਬੜਾ ਵੱਡਾ ਧੋਖਾ ਕਰ ਰਹੀ ਆ। ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਰਾਜਾ ਸਾਂਸੀ ਤੁਹਾਡਾ ਏਰੀਆ ਹੈ ਤੇ ਸ਼ਹਿਰੀ ਖੇਤਰ ਦੇ ਨਾਲ ਤੁਹਾਡੀ ਜਿਹੜੀ ਜ਼ਮੀਨ ਹੈ ਲੱਗ ਰਹੀ ਹੈ, ਕਿੰਨਾ ਮੁਆਵਜ਼ਾ ਤੁਸੀਂ ਐਕਸਪੈਕਟ ਕਰਦੇ ਹੋ ਤੇ ਕਿੰਨਾ ਸਰਕਾਰ ਵੱਲੋਂ ਤੁਹਾਨੂੰ ਆਫਰ ਕੀਤਾ ਜਾ ਰਿਹਾ? ਜਿੱਥੋਂ ਦੀ ਗੱਲ ਮੈਂ ਆਪਣੇ ਪਿੰਡ ਦੀ ਕਰ ਰਿਹਾ ਹਾਂ, ਸਾਡਾ ਤਕਰੀਬਨ ਉਹ ਸਾਰਾ ਇਲਾਕਾ ਹੀ ਰਾਜਾ ਸਾਂਸੀ ਤੋਂ ਲੈ ਕੇ ਅਦਲੀਵਾਲ ਤੱਕ ਜਿਹੜਾ 1.25 ਕਿਲੋਮੀਟਰ ਦਾ ਡਿਸਟੈਂਸ ਹੈ ਅਦਲੀਵਾਲ ਰਾਜਾ ਸਾਂਸੀ ਦਾ, ਉਹ ਸਾਰਾ ਕਲੋਨਾਈਜ਼ਰ ਏਰੀਆ ਵਾ। ਉੱਥੇ ਕਲੋਨੀਆਂ ਬਣ ਰਹੀਆਂ ਨੇ, ਪ੍ਰੈਕਟੀਕਲੀ ਉੱਥੇ ਕੰਮ ਚੱਲ ਰਿਹਾ ਵਾ। ਔਰ ਉੱਥੇ ਘੱਟ ਤੋਂ ਘੱਟ 7000 ਤੋਂ ਲੈ ਕੇ ਤੇ 15000 ਰੁਪਇਆ ਗਜ ਦਾ ਰੇਟ ਹੈ ਮੇਨ ਰੋਡ ਦੇ ਉੱਤੇ ਲੈ ਕੇ। ਤੁਸੀਂ ਕਿੰਨਾ ਐਕਸਪੈਕਟ ਕਰ ਰਹੇ ਹੋ? ਸਰਕਾਰ ਤੁਹਾਨੂੰ ਇਸ ਤੋਂ ਘੱਟ ਦੇ ਰਹੀ ਹੈ? ਸਰਕਾਰ ਸਾਨੂੰ ਜਿਹੜਾ ਰੇਟ ਦੇ ਰਹੀ ਹੈ ਉਹ ਮੈਕਸਿਮਮ ਮਾਰਕੀਟ ਦਾ 1200 ਤੋਂ 1300 ਰੁਪਇਆ ਗਜ ਦੇ ਹਿਸਾਬ ਨਾਲ ਦੇ ਰਹੀ ਆ। ਔਰ ਉਹ ਸਾਡੇ ਵਾਸਤੇ ਬਹੁਤ ਘੱਟ ਹੈ। ਉਹ ਸਰਕਾਰ ਸਾਡੇ ਕਿਸਾਨ ਕਦੀ ਵੀ ਨਹੀਂ ਲੈਣਗੇ। ਔਰ ਅਸੀਂ ਨਾ ਲਵਾਂਗੇ ਤੇ ਨਾ ਜ਼ਮੀਨ ਦਾ ਕਬਜ਼ਾ ਦੇਵਾਂਗੇ। ਤੇ ਹੁਣ ਜਿਹੜਾ ਇਹ ਧਰਨਾ ਪ੍ਰਦਰਸ਼ਨ ਹੈ ਕਿੰਨੇ ਦਿਨ ਜਾਰੀ ਰਹਿਣ ਵਾਲਾ ਹੈ? ਕੀ ਅਗਲੀ ਰਣਨੀਤੀ ਕੀ ਹੋਣ ਵਾਲੀ ਹੈ? ਇਹ ਨਿਰਭਰ ਕਰਦਾ ਵਾ ਪੰਜਾਬ ਸਰਕਾਰ। ਮੇਰਾ ਤੇ ਖਿਆਲ ਹੈ ਵੀ ਜੇ ਥੋੜੀ ਸਮਝਦਾਰ ਹੋਵੇ ਤੇ ਉਹਨੂੰ ਸੋਚਣਾ ਚਾਹੀਦਾ ਵਾ ਵੀ ਕਿਸਾਨਾਂ ਦਾ ਬੜਾ ਵੱਡਾ ਨੁਕਸਾਨ ਹੈ, ਪੈਸੇ ਸੈਂਟਰ ਸਰਕਾਰ ਨੇ ਦੇਣੇ ਆ ਤੇ ਜੇ ਇਹਨੂੰ ਕਰਨਾਲ ਜਾਂ ਮੁਜ਼ੱਫਰਾਨਗਰ ਬਣਾਉਣਾ ਵਾ ਜਾਂ ਸਿੰਘੂ ਬਾਰਡਰ ਬਣਾਉਣਾ ਤੇ ਪੰਜਾਬ ਸਰਕਾਰ ਦੀ ਮਰਜ਼ੀ ਆ। ਕਿਸਾਨਾਂ ਦੀ ਮਜਬੂਰੀ ਹੈ, ਉਹਨਾਂ ਨੂੰ ਇਹ ਫਿਰ ਅੰਦੋਲਨ ਕਰਨਾ ਹੀ ਪਊਗਾ। ਯਾਨੀ ਕਿ ਤੁਸੀਂ ਸਿੱਧੇ ਸ਼ਬਦਾਂ 'ਚ ਕਹਿ ਰਹੇ ਹੋ ਕਿ ਸਿੰਘੂ ਬਾਰਡਰ, ਟਿਕਰੀ ਬਾਰਡਰ ਜਾਂ ਫਿਰ ਕਰਨਾਲ ਵਰਗੇ ਹਾਲਾਤ ਜਿਹੜੇ ਨੇ ਇਸ ਮਾਮਲੇ ਨੂੰ ਲੈ ਕੇ ਬਣ ਸਕਦੇ ਨੇ ਜੇ ਸਰਕਾਰ ਨਾ ਸੰਭਲੀ ਤੇ ਜਾਂ ਨਾ ਤੁਹਾਡੀ ਮੰਗ ਮੰਨੀ? ਨਹੀਂ, ਇਹ ਮਜਬੂਰੀ ਹੈ ਜੀ ਕਿਸਾਨਾਂ ਦੀ। ਵੇਖੋ ਜਦੋਂ ਰੇਟ ਦਿੱਤੇ ਗਏ ਨੇ ਅਕਾਲੀ ਸਰਕਾਰ ਦੇ ਵੇਲੇ, ਉਦੋਂ ਚੰਗੇ ਰੇਟ ਦਿੱਤੇ ਗਏ ਨੇ, ਉਦੋਂ ਕਿਸੇ ਨੇ ਅੰਦੋਲਨ ਨਹੀਂ ਕੀਤਾ, ਘਰੇ ਬੈਠੇ ਬਿਠਾਏ ਨੂੰ ਸਾਰਾ ਕੁਝ ਮਿਲ ਗਿਆ। ਔਰ ਹੁਣ ਇਹਨਾਂ ਨਵਾਂ ਲਾਅ ਕੱਢ ਦਿੱਤਾ। ਵੇਖੋ ਮਹਿੰਗਾਈ ਜਿਹੜੀ 2013 ਦੇ ਵਿੱਚ ਸੀ ਉਹਦੇ ਨਾਲ ਮਹਿੰਗਾਈ 3 ਗੁਣਾ ਵੱਧ ਚੁੱਕੀ ਆ ਔਰ ਜ਼ਮੀਨਾਂ ਦੇ ਰੇਟ 3 ਗੁਣਾ ਘਟਾ ਕੇ ਸਰਕਾਰ ਦੇ ਰਹੀ ਆ। ਇਹ ਤੋਂ ਵੱਡਾ ਧੱਕਾ ਸਰਕਾਰ ਹੋਰ ਕੀ ਕਰ ਸਕਦੀ ਆ? ਤੇ ਹੁਣ ਜਿਹੜੀ ਇੱਥੇ ਨੁਮਾਇੰਦੇ, ਸਰਕਾਰੀ ਨੁਮਾਇੰਦੇ, ਕਿਉਂਕਿ ਡੀਸੀ ਦਫ਼ਤਰ ਦੇ ਬਾਹਰ ਤੁਸੀਂ ਧਰਨਾ ਦੇ ਰਹੇ ਹੋ, ਕੋਈ ਆਸ਼ਵਾਸਨ, ਕੋਈ ਭਰੋਸਾ ਦਿੱਤਾ ਗਿਆ ਹੋਵੇ, ਕੋਈ ਸਰਕਾਰੀ ਨੁਮਾਇੰਦਾ ਤੁਹਾਡੇ ਕੋਲ ਆਇਆ ਹੋਵੇ? ਸਰਕਾਰ ਜਾਂ ਪ੍ਰਸ਼ਾਸਨ ਜਿਹੜਾ ਉਹ ਸਿਰਫ ਟਾਈਮ ਪਾਸ ਹੀ ਕਰ ਰਿਹਾ ਵਾ। ਅਜੇ ਤੱਕ ਸਾਨੂੰ ਕੋਈ
ਪੱਕਾ ਨਹੀਂ ਨਾ ਦੱਸਿਆ ਵੀ ਤੁਹਾਨੂੰ ਆਹ ਕੁਝ ਦੇਣਾ। ਜੇ ਉਹ ਮੂੰਹ ਦੇ ਨਾਲ ਗੱਲਾਂ ਜ਼ਰੂਰ ਕਰਦੇ, ਬਿਆਨਬਾਜ਼ੀ ਹੈਗੀ ਆ, ਪਰ ਜਦ ਨਾ ਤਾਂ ਕੋਈ ਨੋਟੀਫਿਕੇਸ਼ਨ ਜਾਰੀ ਕਰਦੀ ਆ ਸਰਕਾਰ ਤੇ ਨਾ ਕੋਈ ਦਾ ਕਾਨੂੰਨ ਬਣਾ ਰਹੀ ਆ। ਜਦੋਂ ਕਿ ਸਾਡੀ ਇਹ ਵੀ ਮੰਗ ਸੀ ਵੀ ਜੇ ਤੁਸੀਂ ਮਲਟੀਪਲਾਈ ਫੈਕਟਰ ਦੀ ਗੱਲ ਕਰਦੇ ਹੋ, ਜਿਹੜੀ ਦੂਰ ਦਰਾਡੇ ਦੀ ਜ਼ਮੀਨ ਅੱਜ ਕੱਲ੍ਹ ਤਾਂ ਇਸ ਤਰ੍ਹਾਂ ਦਾ ਬਣਾ ਦਿੱਤਾ ਵੀ ਜਿੰਨੇ ਜ਼ਿਲ੍ਹੇ ਪੰਜਾਬ ਦੇ ਬਣ ਗਏ ਨੇ ਤਕਰੀਬਨ ਸਾਰੀ ਜ਼ਮੀਨ ਹੀ ਨਗਰ ਨਿਗਮ ਦੇ ਜਾਂ ਨਗਰ ਪੰਚਾਇਤਾਂ ਦੇ ਅੰਦਰ ਹੀ ਆ ਗਈ ਆ, ਤੇ ਕਿਸੇ ਦਾ ਡਿਸਟੈਂਸ ਵੀ ਜਿਹੜਾ ਵਾ ਉਹ 5-10 ਕਿਲੋਮੀਟਰ ਤੋਂ ਵੱਧ ਨਹੀਂ ਬਣਦਾ। ਤੇ ਜਿਸ ਹਿਸਾਬ ਦੇ ਨਾਲ ਉਹ ਬਣਿਆ ਵਾ, ਜੇ ਮਲਟੀਪਲਾਈ ਫੈਕਟਰ ਇੱਕਦਮ ਕਲੀਅਰ ਕਰਕੇ ਸਾਰਾ 2 ਦੇ ਕਰ ਦੇਵੇ ਤਾਂ ਵੀ ਪੰਜਾਬ ਦੇ ਕਿਸਾਨਾਂ ਦਾ ਬੜੀ ਵੱਡੇ ਪੱਧਰ ਤੇ ਫਾਇਦਾ ਹੋ ਸਕਦਾ। ਜਿੱਦਾਂ ਕਿਹਾ ਜਾ ਰਿਹਾ ਹੈ ਕਿ ਭਾਰਤਮਾਲਾ ਪ੍ਰੋਜੈਕਟ ਦਾ ਮਕਸਦ ਇਹ ਹੈ ਕਿ ਵਿਦੇਸ਼ਾਂ ਦੇ ਨਾਲ, ਜਿੱਦਾਂ ਕਿ ਅਫਗਾਨਿਸਤਾਨ ਦੇ ਨਾਲ ਇਸ ਨੂੰ ਜੋੜਨਾ ਔਰ ਵਪਾਰ ਨੂੰ ਖੋਲ੍ਹਣਾ, ਵੱਡੇ ਵੱਡੇ ਜਿਹੜੇ ਗੋਦਾਮ ਨੇ ਉਹ ਪੰਜਾਬ ਦੇ ਵਿੱਚ ਸਥਾਪਿਤ ਕਰਨੇ। ਕੀ ਲੱਗਦਾ ਹੈ ਕਿ ਗੋਦਾਮ ਸਥਾਪਿਤ ਹੋਣ ਦੇ ਨਾਲ ਪੰਜਾਬ ਨੂੰ ਕੋਈ ਰਾਹਤ ਮਿਲੇਗੀ, ਪੰਜਾਬ ਨੂੰ ਕੋਈ ਫਰਕ ਪਏਗਾ? ਕਿਉਂਕਿ ਹਵਾਲਾ ਇਹ ਦਿੱਤਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਗੋਦਾਮ ਨੇ ਉਹ ਬਣਾਏ ਜਾਣਗੇ, ਰੁਜ਼ਗਾਰ ਵੀ ਵੱਧ ਸਕਦੇ ਨੇ। ਕੀ ਲੱਗਦਾ ਤੁਹਾਨੂੰ? ਜਿੱਦਾਂ ਤੁਸੀਂ ਦੱਸਿਆ ਕਿ 60 ਸਾਲ ਦੀ ਮੇਰੀ ਉਮਰ ਹੋ ਚੱਲੀ ਹੈ, ਜ਼ਿੰਦਗੀ ਦਾ ਤਜਰਬਾ ਕੀ ਕਹਿੰਦਾ? ਵੇਖੋ, ਬੜੀ ਖੁਸ਼ੀ ਦੀ ਗੱਲ ਆ, ਡਿਵੈਲਪਮੈਂਟ ਹੋਣੀ ਚਾਹੀਦੀ ਆ, ਪਰ ਕਿਸਾਨਾਂ ਨੂੰ ਜਾੜ ਕੇ ਤੇ ਨਹੀਂ ਹੋਣੀ ਚਾਹੀਦੀ। ਕਿ ਜਾਂ ਤਾਂ ਸਾਨੂੰ ਵੇਖੋ, ਪਹਿਲੀ ਗੱਲ ਤੇ ਵੀ ਸਾਨੂੰ ਜਿਹੜੇ ਕਿਸਾਨਾਂ ਦੇ ਪਰਿਵਾਰ ਨੇ ਉਹਨਾਂ ਵਾਸਤੇ ਕੋਈ ਨੌਕਰੀਆਂ ਨਹੀਂ ਹੈਗੀਆਂ। ਤੁਸੀਂ ਵੇਖ ਰਹੇ ਹੋ ਕਿੰਨੇ ਜਦੋਂ ਕਿਤੇ ਬੇਰੁਜ਼ਗਾਰੀ ਦੀ ਗੱਲ ਚੱਲਦੀ ਆ, ਚਾਹੇ ਉਹ ਪਟਵਾਰੀਆਂ ਦੀਆਂ ਅਸਾਮੀਆਂ ਹੋਣ, ਚਾਹੇ ਉਹ ਆਰਮੀ ਦੀਆਂ ਹੋਣ, ਚਾਹੇ ਉਹ ਪੁਲਿਸ ਦੀਆਂ ਹੋਣ। ਇੱਥੋਂ ਤੱਕ ਚਪੜਾਸੀ ਦੀ ਇੱਕ ਵੈਕੈਂਸੀ ਵੀ ਆ ਜੇ ਨਾ, ਉੱਥੇ ਵੀ 50,000 ਤੋਂ ਲੈ ਕੇ 1 ਲੱਖ ਤੱਕ ਜਿਹੜੇ ਵਿਚਾਰੇ ਬੇਰੁਜ਼ਗਾਰ ਨੌਜਵਾਨ ਉੱਥੇ ਜਾ ਕੇ ਡਾਂਗਾਂ ਖਾਂਦੇ ਨੇ ਪੁਲਿਸ ਦੀਆਂ। ਸਰਕਾਰ ਜੇ ਸਾਡੇ ਕੋਲ ਜ਼ਮੀਨ ਲੈਣਾ ਚਾਹੁੰਦੀ ਹੈ ਤੇ ਜੋ ਇਸ ਵੇਲੇ ਮਹਿੰਗਾਈ ਦਾ ਚੱਲ ਰਿਹਾ ਸ਼ਡਿਊਲ, ਉਹਦੇ ਮੁਤਾਬਕ ਸਾਨੂੰ ਉਹਦਾ ਮੁਆਵਜ਼ਾ ਦੇਵੇ, ਜੋ ਮਾਰਕੀਟ ਦਾ ਰੇਟ ਹੈ ਉਹਦਾ 4 ਗੁਣਾ ਦੇਵੇ। ਮੇਰਾ ਖਿਆਲ ਕਿਸਾਨ ਵਿਰੋਧ ਨਹੀਂ ਕਰਨਗੇ। 4 ਗੁਣਾ ਮੁਆਵਜ਼ੇ ਨਾਲ ਕੀ ਲੱਗਦਾ ਹੈ ਕਿ ਜ਼ਿੰਦਗੀ ਗੁਲਜ਼ਾਰ ਹੋ ਜਾਏਗੀ? ਮੁਆਵਜ਼ਾ ਕਾਫੀ ਰਹੇਗਾ, ਰੁਜ਼ਗਾਰ ਦੀ ਵੀ ਜ਼ਰੂਰਤ ਹੋਏਗੀ। ਜਿਸ ਤਰ੍ਹਾਂ ਗੋਦਾਮ ਸਥਾਪਿਤ ਹੋਣ ਵਾਲੇ ਨੇ, ਕਿ ਕਿਸਾਨਾਂ ਦੇ ਪੁੱਤਾਂ ਨੂੰ ਉਹਨਾਂ ਗੋਦਾਮਾਂ ਦੇ ਵਿੱਚ ਵੀ ਕੋਈ ਜ਼ਮੀਨ ਦੇ ਵਜੋਂ ਕੋਈ ਨੌਕਰੀ ਵੀ ਦਿੱਤੀ ਜਾ ਸਕਦੀ ਹੈ? ਮੁਆਵਜ਼ਾ ਕਾਫੀ ਰਹੇਗਾ। ਜਿਹੜੀਆਂ ਇਹ ਪਾਲਿਸੀਆਂ ਨੇ ਸਰਕਾਰ ਦੀਆਂ, ਉਹਦੇ ਵਿੱਚ ਇਹ ਤਾਂ ਜ਼ਰੂਰ ਹੁੰਦਾ ਵਾ ਵੀ ਤੁਸੀਂ ਜਿਸ ਘਰ ਦੀ ਵੀ ਜ਼ਮੀਨ ਆ ਰਹੀ ਉਹਦੇ ਇੱਕ ਪਰਿਵਾਰ ਨੂੰ ਨੌਕਰੀ ਦੇਣੀ ਹੀ ਦੇਣੀ ਆ। ਪਰ ਇਸ ਵਾਰੀ ਇਸ 'ਤੇ ਸਿਰਫ ਇਹੋ ਹੀ ਆ, ਕਮਿਸ਼ਨ ਬੇਸ ਚੱਲਣ ਡਿਆ ਵਾ। ਜਿਹੜੀ ਅਫਸਰਸ਼ਾਹੀ ਆ ਉਹ ਸਿਰਫ ਇਹ ਸੋਚ ਰਹੀ ਆ ਕਿ ਦਵਾ ਦਾ ਜ਼ਮੀਨ ਅਕਵਾਇਰ ਕਰਕੇ ਆਪਾਂ ਇਹਨਾਂ ਦਾ ਹੈਂਡਓਵਰ ਕਰ ਦਈਏ ਸਰਕਾਰ ਦੇ, ਆਪਣੀਆਂ ਕਮਿਸ਼ਨਾਂ ਲੈ ਕੇ ਪਾਸੇ ਹੋ ਜਾਈਏ। ਉਹਦੇ ਵਿੱਚ ਜਿਹੜੀ ਉੱਜੜ ਰਹੀ ਧਿਰ ਆ ਉਹਨੂੰ ਮੁੱਖ ਨਹੀਂ ਰੱਖਿਆ ਜਾ ਰਿਹਾ। ਸਾਡੇ ਰੋਣ ਨੂੰ ਕੋਈ ਨਹੀਂ ਸੁਣਦਾ। ਅਸੀਂ ਬੜਾ ਰੌਲਾ ਪਾ ਕੇ ਵੇਖ ਲਿਆ। ਅਸੀਂ ਲਗਭਗ ਪਿਛਲੇ 1 ਸਾਲ ਤੋਂ ਇਸੇ ਅੰਦੋਲਨ ਨੂੰ ਲੈ ਕੇ ਤੁਰੇ ਹੋਏ ਆ, ਪਰ ਅਜੇ ਤੱਕ ਕਿਸੇ ਸਰਕਾਰ ਦੇ ਕੰਨ 'ਤੇ ਕੋਈ ਜੂੰ ਨਹੀਂ ਸਰਕੀ। ਹੁਣ ਵੀ ਆ ਕੈਪਟਨ ਅਮਰਿੰਦਰ ਸਿੰਘ ਨੂੰ ਥੋੜਾ ਜਿਹਾ ਹਿਲਜੁਲ ਜਿਹੀ ਹੋਣ ਕਰਕੇ ਪਤਾ ਲੱਗਾ ਵੀ ਮੈਨੂੰ ਸ਼ਾਇਦ ਕਿਤੇ ਲਾਹ ਲੂ ਨਾ ਦੇਣ, ਤੇ 1-2 ਮੀਟਿੰਗਾਂ ਉਹਨਾਂ ਨੇ ਕੀਤੀਆਂ ਨੇ। ਅਦਰਵਾਈਜ਼ ਪਹਿਲਾਂ ਕਿਸੇ ਦਾ ਨਹੀਂ। ਅਸੀਂ ਘੱਟੋ ਘੱਟ 150 ਦਿਨ ਪਟਿਆਲੇ ਦੇ ਇਹਨਾਂ ਦੇ ਕੈਪਟਨ ਸਾਹਿਬ ਦੇ ਗੇਟ ਦੇ ਬਾਹਰ ਬਹਿ ਕੇ ਉੱਥੋਂ ਆ ਗਏ। ਰਾਤ ਦਿਨ ਸਾਡਾ ਧਰਨਾ ਚੱਲਦਾ ਰਿਹਾ, ਪਰ ਇੱਕ ਵਾਰ ਵੀ ਕਿਤੇ ਸੱਦਾ ਨਹੀਂ ਸੀ ਆਇਆ ਵੀ ਆਓ ਸਾਡੇ ਨਾਲ ਤੁਸੀਂ ਗੱਲ ਕਰੋ, ਦੱਸੋ ਤੁਹਾਡੀਆਂ ਕੀ ਮੰਗਾਂ ਨੇ। ਤੁਸੀਂ ਕੈਪਟਨ ਸਾਹਿਬ ਤੋਂ ਬੇਹੱਦ ਨਾਰਾਜ਼ ਹੋ, ਔਰ ਕੈਪਟਨ ਸਾਹਿਬ ਕਹਿ ਰਹੇ ਨੇ ਕਿ ਆਪਣੇ 5 ਸਾਲਾਂ 4.5 ਸਾਲ ਦੇ ਕਾਰਜਕਾਲ ਦੇ ਵਿੱਚ ਮੈਂ ਕਿਸਾਨਾਂ ਨੂੰ ਬਹੁਤ ਖੁਸ਼ ਰੱਖਿਆ। ਮੈਂ ਕਰਜ਼ਾ ਮਾਫੀ ਵੀ ਕੀਤੀ ਆ, ਮੈਂ ਖੇਤੀ ਕਾਨੂੰਨਾਂ ਦਾ ਵਿਰੋਧ ਵੀ ਕੀਤਾ, ਵਿਧਾਨ ਸਭਾ ਦੇ ਵਿੱਚ ਮਤਾ ਵੀ ਪੇਸ਼ ਕੀਤਾ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ। ਤੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਤੋਂ ਬੇਹੱਦ ਨਾਰਾਜ਼ ਹੋ। ਕੀ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੋ ਕਹਿ ਰਹੇ ਨੇ ਉਹ ਸੱਚ ਕਹਿ ਰਹੇ ਨੇ ਜਾਂ ਸਿਰਫ ਭਰਮਾਇਆ ਹੀ ਜਾ ਰਿਹਾ ਹੈ? ਮੇਰਾ ਖਿਆਲ ਆ ਜਿਹੜਾ ਮੀਡੀਆ ਨਾ ਉਹ ਸਾਡੇ ਨਾਲੋਂ ਕਿਤੇ ਜ਼ਿਆਦਾ ਸੱਚ ਵਿਖਾ ਦਿੰਦਾ। ਤੁਸੀਂ ਵੀ ਜਾਣਦੇ ਹੋ ਸਰਕਾਰ ਨੇ ਕੀ ਕੀਤਾ, ਸਰਕਾਰ ਹੁਣ ਕੀ ਕਰ ਰਹੀ ਆ। ਜੇ ਸਰਕਾਰ ਸਾਨੂੰ ਸਹੀ ਮੁਆਵਜ਼ਾ ਦੇਵੇ ਤਾਂ ਸਾਨੂੰ ਕੀ ਲੋੜ ਹੈ 250-300 ਕਿਲੋਮੀਟਰ ਤੋਂ ਸਵੇਰ ਘਰਾਂ ਦੇ ਕੰਮ ਅਸੀਂ ਛੱਡ ਕੇ ਤੇ ਅਸੀਂ ਚੰਡੀਗੜ੍ਹ ਤੁਰੇ ਫਿਰਦੇ ਹਾਂ। ਚੰਡੀਗੜ੍ਹ ਨਾ ਦੇ ਕੋਈ ਟਿਕਟ ਲੈਣੀ ਆ, ਕਿਸੇ ਪਾਰਟੀ ਨੂੰ ਕੋਈ ਇਲੈਕਸ਼ਨ ਲੜਨੀ ਆ, ਤੇ ਨਾ ਸਾਡੀ ਕੋਈ ਹਾਈ ਕੋਰਟ ਤਰੀਕ ਆ, ਕੋਈ ਪੇਸ਼ੀ ਆ ਜਿੱਥੇ ਸਾਡਾ ਆਉਣਾ ਕੋਈ ਜ਼ਰੂਰੀ ਹੋਵੇ। ਸਿਰਫ ਸਾਡੀ ਇਹ ਮਜਬੂਰੀ ਆ, ਸਰਕਾਰ ਦੀਆਂ ਗਲਤ ਨੀਤੀਆਂ ਦਾ ਕਰਕੇ ਅਸੀਂ ਚੰਡੀਗੜ੍ਹ ਧਰਨੇ ਦੇ ਵਿੱਚ ਸ਼ਾਮਲ ਹੋਏ ਆ। ਅੱਗੋਂ ਵੀ ਜਿਹੜਾ ਸਾਨੂੰ ਕੋਈ ਜਥੇਬੰਦੀ ਸਾਡਾ ਕੋਈ ਪ੍ਰੋਗਰਾਮ ਦੇਣਗੇ, ਸਾਡੇ ਪ੍ਰਧਾਨ ਜੀ ਢਿੱਲੋਂ ਸਾਹਿਬ ਜਾਂ ਉਹਨਾਂ ਦੀ ਜਥੇਬੰਦੀ, ਅਸੀਂ ਉਹਦੇ ਨਾਲ ਹਰ ਸਮੇਂ ਮੋਢੇ ਨਾਲ ਮੋਢਾ ਜੋੜ ਕੇ ਲੜਾਈ ਲੜਾਂਗੇ। ਸੋ ਕਿਸਾਨ ਆਗੂਆਂ ਦੇ ਤੁਸੀਂ ਵਿਚਾਰ ਸੁਣੇ ਕਿ ਭਾਰਤਮਾਲਾ ਪ੍ਰੋਜੈਕਟ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਡੀਸੀ ਦਫ਼ਤਰ ਦੇ ਬਾਹਰ ਮੋਹਾਲੀ ਦੇ ਵਿੱਚ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਦਾ ਵਿਰੋਧ ਇਸ ਲਈ ਨਹੀਂ ਕੀਤਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਵਿਕਾਸ ਨੂੰ ਕਿਸਾਨ ਰੋਕਣਾ ਚਾਹੁੰਦੇ ਨੇ, ਬਲਕਿ ਇਸ ਲਈ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੀ ਜ਼ਮੀਨ ਜਿਹੜੀ ਐਕਵਾਇਰ ਕੀਤੀ ਜਾ ਰਹੀ ਹੈ ਉਸ ਦਾ ਬਣਦਾ ਜਿਹੜਾ ਮੁਆਵਜ਼ਾ ਹੈ ਉਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ। ਪਹਿਲਾਂ ਰਾਜਾ ਸਾਂਸੀ ਦੇ ਕਿਸਾਨ ਆਗੂਆਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ, ਔਰ ਅੰਮ੍ਰਿਤਸਰ ਦੀ ਰਹਿਣ ਵਾਲੇ ਜੰਡਿਆਲਾ ਗੁਰੂ ਦੇ ਕਿਸਾਨ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਸਰ, ਇੱਕ ਨਾ ਬੜੀ ਮਸ਼ਹੂਰ ਕਹਾਵਤ ਹੈ ਕਿ ਜ਼ਮੀਨ ਜਿਹੜੀ ਹੈ ਜੱਟ ਦੀ ਮਾਂ ਹੁੰਦੀ ਹੈ। ਬਹੁਤ ਸਾਰੀਆਂ ਫਿਲਮਾਂ 'ਚ ਵੀ ਇਹ ਡਾਇਲੌਗ ਸੁਣਨ ਨੂੰ ਮਿਲੇ ਨੇ ਕਿ ਜ਼ਮੀਨ ਜੱਟ ਦੀ ਮਾਂ ਹੁੰਦੀ ਹੈ, ਔਰ ਜ਼ਮੀਨਾਂ ਪਿੱਛੇ ਕਤਲ ਵੀ ਹੋ ਜਾਂਦੇ ਨੇ। ਪਰ ਜਿਸ ਤਰੀਕੇ ਦੇ ਨਾਲ ਹੁਣ ਸਰਕਾਰੀ ਨੀਤੀਆਂ ਦੇ ਆਧਾਰ ਤੇ ਜ਼ਮੀਨਾਂ ਨੂੰ ਹਥਿਆਇਆ ਜਾ ਰਿਹਾ ਹੈ, ਮੁਆਵਜ਼ਾ ਵੀ ਪੂਰਾ ਨਹੀਂ ਦਿੱਤਾ ਜਾ ਰਿਹਾ, ਉਸ ਨੂੰ ਕਿਵੇਂ ਵੇਖਦੇ ਹੋ? ਸਾਰਿਆਂ ਤੋਂ ਪਹਿਲਾਂ ਮੈਂ ਸਟਾਰ ਚੈਨਲ ਦੇ ਜਿਹੜੇ ਉਹ ਦੇਖਣ ਵਾਲੇ ਆ ਤੁਹਾਡੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਤਿ ਸ੍ਰੀ ਅਕਾਲ। ਤੁਸੀਂ ਸਵਾਲ ਕੀਤਾ ਜ਼ਮੀਨ ਬਾਰੇ, ਮਾਂ ਬਾਰੇ। ਕਹਿੰਦੇ ਨੇ ਇਨਸਾਨ ਦੀਆਂ ਜਿਹੜੀਆਂ ਉਹ 3 ਮਾਵਾਂ ਹੁੰਦੀਆਂ ਨੇ। ਇੱਕ ਮਾਂ ਹੁੰਦੀ ਆ ਜਿਹੜੀ ਜਨਮ ਦਿੰਦੀ ਆ, ਦੂਸਰੀ ਮਾਂ ਹੁੰਦੀ ਆ ਜਿਹੜੀ ਉਹਦੀ ਮਾਂ ਬੋਲੀ ਹੁੰਦੀ ਆ ਜੀ, ਉਹਨੂੰ ਆਪਣੀ ਮਾਤ ਭਾਸ਼ਾ ਨੂੰ ਜਿਹੜੀ ਉਹ ਕਹਿੰਦੀ ਆ ਵੀ ਮਾਂ ਦੀ ਆ ਜੀ। ਤੀਸਰੀ ਮਾਂ ਕਹਿੰਦੇ ਜੱਟ ਜਿਹੜੀ ਹੁੰਦੀ ਆ ਉਹ ਜ਼ਮੀਨ ਹੁੰਦੀ ਆ ਜੀ।
ਜ਼ਮੀਨ ਬਦਲੇ ਆਪਣੀ ਮਾਂ ਦੀ ਬਦਲੇ ਜਿਹੜਾ ਜੱਟ ਆ ਉਹ ਕਤਲ ਵੀ ਕਰ ਦਿੰਦਾ ਤੇ ਕਤਲ ਹੋ ਵੀ ਜਾਂਦਾ ਜੀ। ਜਦੋਂ ਕਿਤੇ ਜੱਟ ਕਿਤੇ ਆਪਣੇ ਜਾਂ ਜੇ ਲੜਕੀ ਦਾ ਸ਼ਾਦੀ ਕਰਨੀ ਹੁੰਦੀ ਆ ਜਾਂ ਕਿਸੇ ਇੱਕ ਪ੍ਰੋਗਰਾਮ ਨੇ ਕਰਕੇ ਜੇ ਜ਼ਮੀਨ ਵੇਚਣੀ ਹੁੰਦੀ ਆ, ਜਦੋਂ ਜ਼ਮੀਨ ਵੇਚ ਕੇ ਉਹ ਪਿੰਡ ਨੂੰ ਵਾਪਸ ਆਉਂਦਾ ਨਾ ਜੀ, ਉਦੋਂ ਤਕਰੀਬਨ ਜੱਟ ਜਿਹੜਾ ਉਹ ਨੀਵੀਂ ਪਾ ਕੇ ਵਾਪਸ ਆਉਂਦਾ ਵਾ, ਕਿਉਂਕਿ ਮੈਂ ਅੱਜ ਆਪਣੀ ਮਾਂ ਨੂੰ ਵੇਚ ਆਇਆ ਵਾਂ। ਅੱਜ ਜਿਹੜੀ ਸਰਕਾਰ ਹੈ ਉਹ ਜਿਹੜੀ ਸਾਡੀ ਮਾਂ ਵਾ ਉਹਨੂੰ ਧੱਕੇ ਨਾਲ ਜਿਹੜੀ ਉਹ ਖੋ ਰਹੀ ਆ। ਅਸੀਂ ਕਿਸੇ ਡਿਵੈਲਪਮੈਂਟ ਦੇ ਖਿਲਾਫ ਨਹੀਂ ਹੈਗੇ, ਅਸੀਂ ਕਹਿੰਦੇ ਡਿਵੈਲਪਮੈਂਟ ਜ਼ਰੂਰ ਚਾਹੀਦੀ ਆ, ਪਰ ਜੇ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਕਿਸਾਨਾਂ ਦੇ ਨਾਲ ਜਿਹੜਾ ਉਹ ਧੱਕਾ ਉਹ ਧੱਕੇ ਨਾਲ ਜ਼ਮੀਨਾਂ ਖੋ ਕੇ ਜਿਹੜਾ ਉਹ ਜ਼ਮੀਨ ਨਾਲ ਜਿਹੜੇ ਕਰੂ ਉਹਦੇ ਖਿਲਾਫ ਆ। ਅਸੀਂ ਆਪਣੀ ਮਾਂ ਦੇ ਵਾਸਤੇ ਜਾਨ ਦੇਣ ਨੂੰ ਤਿਆਰ ਹਾਂ ਜੀ। ਹਾਲਾਂਕਿ ਮੁਆਵਜ਼ਾ ਜਿਹੜਾ ਹੈ ਉਸ ਨੂੰ ਲੈ ਕੇ ਰੌਲਾ ਪਿਆ ਹੋਇਆ। ਤੁਸੀਂ ਆਪਣੇ ਹਿਸਾਬ ਦੇ ਨਾਲ ਮੁਆਵਜ਼ਾ ਚਾਹੁੰਦੇ ਹੋ, 4% ਮੁਆਵਜ਼ਾ ਚਾਹੁੰਦੇ ਹੋ, ਸਰਕਾਰ ਤੁਹਾਨੂੰ 3% ਦੇ ਰਹੀ ਹੈ। ਜਿੰਨਾ ਤੁਸੀਂ ਡਿਜ਼ਰਵ ਕਰਦੇ ਹੋ ਉਹਨਾਂ ਮੁਆਵਜ਼ਾ ਜਿਹੜਾ ਹੈ ਤੁਹਾਨੂੰ ਨਹੀਂ ਦਿੱਤਾ ਜਾ ਰਿਹਾ। ਪਰ ਮੁਆਵਜ਼ੇ ਦੇ ਨਾਲ ਨਾਲ ਤੁਹਾਡੀ ਜ਼ਮੀਨ ਜਿਹੜੀ ਹੈ ਉਹ ਵੀ ਖੋਈ ਜਾਏਗੀ। ਪੰਜਾਬ ਦੇ ਵਿੱਚ ਸਭ ਤੋਂ ਵੱਡਾ ਕਿਰਤ ਧੰਦਾ ਖੇਤੀ ਦਾ ਹੈ, ਜਿਹੜੀ 60% ਪੋਪੂਲੇਸ਼ਨ ਉਹ ਖੇਤੀ ਤੇ ਡਿਪੈਂਡ ਆ। ਤੇ ਜੇ ਇਦਾਂ ਹੀ ਜ਼ਮੀਨਾਂ ਐਕਵਾਇਰ ਹੁੰਦੀਆਂ ਰਹੀਆਂ, ਇਦਾਂ ਹੀ ਜ਼ਮੀਨਾਂ ਚਲੀਆਂ ਜਾਂਦੀਆਂ ਰਹੀਆਂ, ਤਾਂ ਫਿਰ ਪੰਜਾਬ ਦੀ ਪੋਪੂਲੇਸ਼ਨ ਦਾ ਕੀ ਬਣੇਗਾ ਜਿਹੜੀ ਖੇਤੀ ਤੇ ਡਿਪੈਂਡ ਹੈ? ਤੁਸੀਂ ਬੜਾ ਸੋਹਣਾ ਸਵਾਲ ਕੀਤਾ ਜੀ। ਵੈਸੇ ਤੇ ਜਿਹੜੇ ਐਕਟ ਦੇ ਮੁਤਾਬਕ ਅਕਵਾਇਰ ਕਰ ਰਹੇ ਜ਼ਮੀਨ ਕਰ ਰਹੇ ਆ, ਉਹਦੇ ਵਿੱਚ ਫੂਡ ਸੇਫਟੀ ਦਾ ਵੀ ਜਿਹੜਾ ਕੀਤਾ ਆ ਜੀ, ਐਕਟ ਦੇ ਵਿੱਚ ਆਉਂਦਾ ਵੀ ਆ। ਪਰ ਉਹਦੇ ਜੇ ਉਹ ਐਕਟ ਦੇ ਮੁਤਾਬਕ ਜਾਈਏ ਤੇ ਫਿਰ ਤੇ ਜ਼ਮੀਨ ਅਕਵਾਇਰ ਜਿਹੜੀ ਪੰਜਾਬ ਦੇ ਵਿੱਚ ਕਰਨੀ ਬਣਦੀ ਨਹੀਂ, ਕਿਉਂਕਿ ਜਿਹੜਾ ਪੰਜਾਬ ਆ ਉਹ ਤਕਰੀਬਨ ਸਾਰਾ ਜਿਹੜਾ ਹਿੰਦੁਸਤਾਨ ਦੇ ਵਿੱਚ ਵੀ ਜਿਹੜਾ ਭੰਡਾਰ ਹੁੰਦਾ ਵਾ, ਉਹਦੇ ਵਿੱਚ ਬਹੁਤ ਵੱਡਾ ਜਿਹੜਾ ਹਿੱਸਾ ਜਿਹੜਾ ਉਹ ਪੰਜਾਬ ਪਾਉਂਦਾ ਵਾ। ਪਰ ਜੇ ਇਸੇ ਤਰ੍ਹਾਂ ਹੀ ਸਰਕਾਰ ਜਿਹੜੀ ਆ ਉਹ ਜ਼ਮੀਨਾਂ ਅਕਵਾਇਰ ਕਰ ਰਹੀ, ਸੜਕਾਂ ਬਣਦੀਆਂ ਰਹੀਆਂ ਤੇ ਪੰਜਾਬ ਦੀ ਗੱਲ ਕਰਨ ਦੇ ਜੇ ਅਸੀਂ ਕਹਿੰਦੇ ਆ ਵੀ ਜਿਹੜਾ ਹਿੰਦੁਸਤਾਨ ਆ ਉਹਨੂੰ ਵੀ ਜਿਹੜੇ ਇੱਕ ਦਿਨ ਜਿਹੜੇ ਆਖਣੀ ਇਹਨੂੰ ਰੋਟੀ ਦੇ ਜਿਹੜੇ ਲਾਲੇ ਪੈ ਜਾਣਗੇ ਵੀ ਰੋਟੀ ਅਸੀਂ ਕਿੱਥੋਂ ਉਹ ਖਾਣੀ ਆ। ਇਹ ਸਰਕਾਰ ਨੂੰ ਇਹ ਬਾਰੇ ਜਿਹੜਾ ਜ਼ਰੂਰ ਸੋਚਣਾ ਚਾਹੀਦਾ ਵਾ ਜਿਹੜੀ ਉਸ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਜੀ। ਇਸ ਦਾ ਅਸਰ ਮੈਨੂੰ ਕਿਤੇ ਨਾ ਕਿਤੇ ਇਹ ਵੀ ਲੱਗਦਾ ਹੈ ਕਿ ਇਸ ਦਾ ਅਸਰ ਜਿਸ ਤਰੀਕੇ ਨਾਲ ਖੇਤੀ ਕਾਨੂੰਨਾਂ ਦੇ ਵਿਰੁੱਧ ਰੋਸ ਪ੍ਰਦਰਸ਼ਨ ਹੋ ਰਿਹਾ ਹੈ, ਇਹ ਵੀ ਕਿਹਾ ਜਾ ਰਿਹਾ ਹੈ ਕਿ ਮਜ਼ਦੂਰ ਵਰਗ ਤੇ ਵੀ ਇਸ ਦਾ ਪ੍ਰਭਾਵ ਪੈਣਾ। ਇਸ ਦਾ ਪ੍ਰਭਾਵ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਮਜ਼ਦੂਰ ਨੇ ਉਹਨਾਂ ਤੇ ਵੀ ਅਸਰ ਪਏਗਾ, ਕਿਉਂਕਿ ਬਿਹਾਰ ਤੋਂ ਇੱਕ ਵੱਡਾ ਤਬਕਾ ਜਿਹੜਾ ਹੈ ਝੋਨੇ ਦੇ ਸੀਜ਼ਨ ਦੇ ਵਿੱਚ ਪੰਜਾਬ ਆਉਂਦਾ ਹੈ। ਉਹਨਾਂ ਦੀ ਡਿਪੈਂਡੈਂਸੀ ਪੰਜਾਬ ਹੈ, ਪੰਜਾਬ ਉਹਨਾਂ ਨੂੰ ਰੁਜ਼ਗਾਰ ਦਿੰਦਾ ਹੈ, ਪੰਜਾਬ ਉਹਨਾਂ ਨੂੰ ਰੋਟੀ ਦਿੰਦਾ ਹੈ। ਤੇ ਜੇ ਇਦਾਂ ਦੇ ਪ੍ਰੋਜੈਕਟ ਆਉਂਦੇ ਰਹੇ ਤਾਂ ਕੀ ਲੱਗਦਾ ਹੈ ਕਿ ਬਿਹਾਰ ਦੀ ਪੋਪੂਲੇਸ਼ਨ ਜਿਹੜੀ ਸਾਡੇ ਤੇ ਡਿਪੈਂਡ ਹੈ, ਜਿਹਨੂੰ ਅਸੀਂ ਰੋਟੀ ਦੇ ਰਹੇ ਹਾਂ, ਸਾਡੇ ਕਿਸਾਨ ਜਿਹਦਾ ਜੀਵਨ ਨਿਰਬਾਹ ਦਾ ਇੱਕ ਵੱਡਾ ਸਾਧਨ ਬਣੇ ਹੋਏ ਨੇ, ਉਹਨਾਂ ਤੇ ਵੀ ਬਹੁਤ ਵੱਡਾ ਪ੍ਰਭਾਵ ਪੈ ਸਕਦਾ ਹੈ। ਬਿਲਕੁਲ ਜੀ, ਪ੍ਰਭਾਵ ਪੈਣਾ। ਜਦੋਂ ਜਿਹੜਾ ਪੰਜਾਬ ਜਿਹੜਾ ਅੰਨ ਉਗਾ ਕੇ ਸਾਰੇ ਹਿੰਦੁਸਤਾਨ ਨੂੰ ਦੇ ਰਿਹਾ ਵਾ, ਉਹ ਜਦੋਂ ਉੱਥੇ ਸਾਰੀਆਂ ਸੜਕਾਂ ਹੀ ਬਣ ਗਈਆਂ ਤੇ ਉਹ ਇਫੈਕਟ ਤੇ ਪੈਣਾ ਸਾਰੇ ਹਿੰਦੁਸਤਾਨ ਤੇ ਪੈਣਾ ਜੇ। ਅੱਜ ਜਿਹੜਾ ਬਿਹਾਰ ਦੇ ਲੋਕ ਸਾਡੇ ਆਣ ਕੇ ਜਿਹੜਾ ਉਹ ਅੱਜ ਇੱਥੇ ਰੋਜੀ ਰੋਟੀ ਜਿਹੜੀ ਕਮਾਉਂਦੇ ਆ, ਉਹ ਜਦੋਂ ਜ਼ਮੀਨ ਹੀ ਨਾ ਰਹੀ ਤੇ ਉਹਨਾਂ ਵਿਚਾਰਿਆਂ ਨੂੰ ਵੀ ਜਿਹੜਾ ਕਿ ਨਹੀਂ ਉਹਨਾਂ ਦਾ ਨੁਕਸਾਨ ਤੇ ਉਹਨਾਂ ਦਾ ਵੀ ਹੋਣਾ ਵਾ। ਮੁੜ ਕੇ ਸਮਾਂ ਇਹੋ ਜਿਹਾ ਆਉਣਾ ਵਾ, ਅੱਜ ਅਸੀਂ ਬਿਹਾਰ ਨੂੰ ਜਾਂ ਹਿੰਦੁਸਤਾਨ ਨੂੰ ਸਾਰੇ ਨੂੰ ਜਿਹੜਾ ਉਹ ਅੰਨ ਦਿੰਦੇ ਆ ਜਾਂ ਆਪਣਾ ਦਾਣਾ ਪਾਣੀ ਦਿੰਦੇ ਆ, ਮੁੜ ਕੇ ਸਾਨੂੰ ਜਿਹੜਾ ਬਾਹਰੋਂ ਜਿਹੜਾ ਰਾਜਸਥਾਨ ਤੋਂ ਜਾਂ ਬਿਹਾਰ ਵਰਗੇ ਜਿਹੜੇ ਸੂਬਿਆਂ ਤੋਂ ਸਾਨੂੰ ਜਿਹੜਾ ਲੈ ਕੇ ਆਉਣਾ ਪੈਣਾ ਵਾ। ਮਜ਼ਦੂਰਾਂ ਨੂੰ ਇਹਦੇ ਜਿਹੜੀ ਜ਼ਮੀਨ ਐਕਵਾਇਰ ਹੋ ਰਹੀ ਆ, ਮਜ਼ਦੂਰਾਂ ਦਾ ਉੱਥੇ ਵੀ ਹੱਕ ਮਾਰਿਆ ਜਾ ਰਿਹਾ। ਇਸ ਸੈਕਟਰ ਦੇ ਵਿੱਚ ਜਿਹੜੇ ਮਜ਼ਦੂਰ ਉੱਥੇ ਕੰਮ ਕਰਦੇ ਸੀ, ਜਿਹੜੇ ਉਸ ਮਜ਼ਦੂਰ ਜਿਹੜੀ ਜ਼ਮੀਨ ਐਕਵਾਇਰ ਹੋਣ ਰਹੀ ਆ ਉਹਦੇ ਨਾਲ ਜਿਹੜੇ ਰਿਲੇਟਡ ਮਜ਼ਦੂਰ ਸੀ, ਉਹਨਾਂ ਦੇ ਵਿੱਚ ਐਕਟ ਵਿੱਚ ਪ੍ਰਾਵਧਾਨ ਹੈਗਾ ਵੀ ਉਹਨਾਂ ਨੂੰ ਵੀ ਜਿਹੜਾ ਮੁਆਵਜ਼ਾ ਮਿਲਣਾ ਜਿਹੜਾ ਐਕਟ ਦਿੰਦਾ ਵਾ। ਪਰ ਅੱਜ ਜਿਹੜੀ ਸਰਕਾਰ ਆ ਮਜ਼ਦੂਰਾਂ ਨੂੰ ਦੇਣ ਤੇ ਬੜੀ ਦੂਰ ਦੀ ਗੱਲ, ਜਿਹੜੇ ਜ਼ਮੀਨ ਓਨਰ ਆ ਉਹਨਾਂ ਨੂੰ ਵੀ ਜਿਹੜੀ ਯੋਗ ਮੁਆਵਜ਼ਾ ਜਿਹੜੀ ਸਰਕਾਰ ਜਿਹੜੀ ਦੇ ਹੀ ਨਹੀਂ ਰਹੀ ਜੀ। ਜਿੱਦਾਂ ਸਰ ਦੇ ਨਾਲ ਮੈਂ ਗੱਲ ਕੀਤੀ ਹੈ, ਇਹਨਾਂ ਨੇ ਦੱਸਿਆ ਕਿ ਕਈ ਫੁੱਟ ਉੱਚਾ ਜਿਹੜਾ ਇਹ ਹਾਈਵੇ ਹੈ ਹੋਏਗਾ, ਜ਼ਮੀਨ ਤੋਂ ਕਈ ਫੁੱਟ ਉੱਚਾ ਹਾਈਵੇ ਹੋਣ ਵਾਲਾ ਹੈ। ਔਰ ਇਹਨਾਂ ਨੇ ਇੱਕ ਬੜੇ ਨੁਕਸਾਨ ਗਿਣਵਾਏ ਨੇ। ਉਚਾਈ ਤੋਂ ਇਲਾਵਾ ਤੁਹਾਨੂੰ ਹੋਰ ਕਿਹੜੇ ਨੁਕਸਾਨ ਲੱਗਦੇ ਨੇ ਕਿ ਕੀ ਜ਼ਮੀਨ ਤਾਂ ਇੱਕ ਵਾਰ ਹੋਣੀ ਹੀ ਹੋਣੀ ਹੈ, ਮੁਆਵਜ਼ਾ ਘੱਟ ਮਿਲੇ ਜਾਂ ਵੱਧ ਮਿਲੇ ਉਹ ਅੱਗੇ ਡਿਪੈਂਡ ਕਰਦਾ ਹੈ ਕਿ ਕਿਸ ਤਰੀਕੇ ਨਾਲ ਸਰਕਾਰ ਤੁਹਾਡੀ ਮੰਗ ਮੰਨਦੀ ਹੈ। ਪਰ ਇਸ ਤੋਂ ਇਲਾਵਾ ਤੁਹਾਨੂੰ ਕੀ ਨੁਕਸਾਨ ਲੱਗਦੇ ਨੇ ਕਿ ਇਸ ਤਰ੍ਹਾਂ ਦੇ ਹਾਈਵੇਜ਼ ਜਦੋਂ ਬਣਦੇ ਨੇ ਤਾਂ ਕੀ ਪ੍ਰਭਾਵ ਤੁਹਾਡੇ ਤੇ ਸਭ ਤੋਂ ਵੱਡਾ ਪਏਗਾ? ਦੇਖੋ ਜੀ, ਸਾਰਿਆਂ ਤੋਂ ਪਹਿਲਾਂ ਤਾਂ ਜਿਹੜਾ ਜ਼ਮੀਨ ਆਉਂਦਾ ਉਹਨੂੰ ਤਾਂ ਪ੍ਰਭਾਵ ਪੈਣਾ ਉਸ ਏਰੀਆ ਨੂੰ ਬਹੁਤ ਪ੍ਰਭਾਵ ਪੈਣਾ ਜੀ, ਕਿਉਂਕਿ ਜਦੋਂ 12 ਫੁੱਟ ਉੱਪਰ ਜਿਹੜਾ ਬਣ ਜਾਣਾ ਜੀ, ਇੱਕ ਕੰਧ ਬਣ ਜਾਣੀ ਜੀ ਗਾੜੀ, ਉਧਰ ਜਿਹੜੇ ਇਲਾਕੇ ਸਾਰੇ ਡਿਵਾਈਡ ਹੋ ਜਾਣੇ, ਵੰਡੇ ਜਾਣੇ ਆ, ਜ਼ਮੀਨਾਂ ਵੀ ਜਿਹੜੀਆਂ ਡਿਵਾਈਡ ਹੋ ਜਾਣੀਆਂ ਜੀ। ਜਿਹੜੇ ਕਿਸਾਨ ਦੇ ਜੇ 5 ਕਿੱਲੇ ਖੇਤ ਆ ਜੀ ਜਾਂ 2-3 ਏਕੜ ਜ਼ਮੀਨ ਹੈ ਜੀ, ਉਹਦੇ ਵਿੱਚ ਜਦੋਂ ਰੋਡ ਨਿਕਲ ਜਾਣਾ ਜੀ, ਟੇਪਰ ਜਿਹੜਾ ਰੋਡ ਜਾ ਰਿਹਾ ਜੀ, ਉਹ ਜ਼ਮੀਨ ਕੁਛ ਇੱਧਰਲੇ ਬੰਨੇ ਰਹਿ ਜਾਣੀ ਆ, ਕੁਛ ਇੱਧਰਲੇ ਬੰਨੇ ਰਹਿ ਜਾਣੀ ਆ, ਜ਼ਮੀਨ ਡਿਵਾਈਡ ਹੋ ਜਾਣੀ ਜੀ। ਨਾ ਤਾਂ ਕਿਸਾਨ ਇੱਧਰਲਾ ਜਿਹੜਾ ਰਕਬਾ ਜਿਹੜਾ ਆਪਣਾ ਉੱਤੇ ਐਗਰੀਕਲਚਰ ਕਰ ਸਕਦਾ ਵਾ, ਨਾ ਇੱਧਰ ਦੇ ਕਰ ਸਕਦਾ ਵਾ। ਜਦੋਂ ਜ਼ਮੀਨ ਵੰਡੀ ਗਈ ਫਿਰ ਜਿਹੜਾ ਪਾਣੀ ਦਾ ਜਿਹੜਾ ਹੈਗੀ ਆ ਇਰੀਗੇਸ਼ਨ ਜਿਹੜਾ ਕਰਦਾ ਕਿਸਾਨ ਕਰਦਾ ਵਾ, ਉਹ ਵੀ ਜਿਹੜਾ ਕਿ ਉਹਦੀ ਮੁਸ਼ਕਲ ਵੱਡੀ ਹੋ ਜਾਣੀ, ਬੜਾ ਨੁਕਸਾਨ ਉਹਦੇ ਵਿੱਚ ਵੀ ਹੋਣਾ ਵਾ। ਜਿਹੜੇ ਰਸਤੇ ਜਾਂਦੇ ਆ,
ਜਦੋਂ ਤੋਂ ਰੋਡ ਬਣ ਜਾਣਾ ਵਾ ਉਹ ਰਸਤੇ ਜਿਹੜੇ ਆਮ ਰਸਤੇ ਪਿੰਡਾਂ ਨੂੰ ਜਾਂਦੇ ਆ ਜਾਂ ਜ਼ਮੀਨਾਂ ਨੂੰ ਜਾਂਦੇ ਆ ਜਾਂ ਜਿਹੜੇ ਮਰੱਬੇਬੰਦੀ ਜਦੋਂ ਹੋਈ ਆ ਉਦੋਂ ਮਰੱਬੇ ਜਿਹੜੇ ਰਸਤੇ ਛੱਡੇ ਸੀ, ਉਹ ਰਸਤੇ ਵੀ ਸਾਰੇ ਬੰਦ ਹੋ ਜਾਣੇ ਆ। ਕਿਸਾਨ ਨੂੰ ਜਿਹੜਾ ਜਾਣਾ ਆਉਣਾ ਉਹ ਵੀ ਬੜਾ ਮੁਸ਼ਕਲ ਹੋ ਜਾਣਾ ਵਾ। ਉਹਦੇ ਜਿਹੜੀ ਉਹਨਾਂ ਨੇ ਜਿਹੜੀ ਜ਼ਮੀਨ ਦੇ ਵਿੱਚ ਪੈਦਾਵਾਰ ਕਰਨੀ ਆ, ਉਹ ਪੈਦਾਵਾਰ ਨੂੰ ਕੱਢਣ ਵਾਸਤੇ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਬੜੀਆਂ ਹੋ ਜਾਣੀਆਂ, ਬਹੁਤ ਜ਼ਿਆਦੀਆਂ ਮੁਸ਼ਕਲਾਂ ਜਿਹੜੀਆਂ ਕਿ ਜਿੱਥੇ ਇੱਕ ਜ਼ਮੀਨ ਆਉਂਦਰ ਨੂੰ ਮਿਲਣੀਆਂ ਵਾ, ਉੱਥੇ ਉਸ ਏਰੀਆ ਨੂੰ ਜਿਹੜੀਆਂ ਕਿ ਬੜੀਆਂ ਮੁਸ਼ਕਲਾਂ ਆਉਣੀਆਂ, ਕਿਉਂਕਿ ਸਾਰੇ ਰਸਤੇ ਵੀ ਬੰਦ ਹੋ ਜਾਣੇ ਜੀ। ਜਦੋਂ ਇਤਿਹਾਸ ਪੜ੍ਹੀਏ ਤਾਂ ਇਤਿਹਾਸ ਦੇ ਵਿੱਚ ਬੜੀ ਵਾਰੀ ਵੇਖਣ ਨੂੰ ਮਿਲਿਆ ਕਿ ਪੰਜਾਬ ਦੇ ਵਿੱਚ ਅਕਸਰ ਲੁੱਟ ਹੁੰਦੀ ਰਹੀ ਹੈ, ਭਾਵੇਂ ਉਹ ਪੰਜਾਬ ਦਾ ਧਨ ਹੋਵੇ ਜਾਂ ਜ਼ਮੀਨ ਹੋਵੇ, ਜਿਸ ਤਰੀਕੇ ਨਾਲ ਅੱਜ ਹੋ ਰਿਹਾ ਹੈ, ਪੰਜਾਬੀ ਭਾਸ਼ਾ ਹੋਵੇ, ਪੰਜਾਬੀ ਬੋਲਦੇ ਸੂਬੇ ਹੋਣ, ਹਰ ਵਾਰ ਪੰਜਾਬ ਨੂੰ ਲੁੱਟ ਦਾ ਸਾਹਮਣਾ ਕਰਨਾ ਪਿਆ। ਧੱਕੇ ਦੇ ਨਾਲ ਜਿਹੜੇ ਪੰਜਾਬ ਦੇ ਅਧਿਕਾਰ ਨੇ ਉਸ ਤੋਂ ਖੋਏ ਗਏ ਨੇ। ਤੇ ਹੁਣ ਜ਼ਮੀਨਾਂ ਦੇ ਮਾਮਲੇ ਦੇ ਵਿੱਚ ਜਿਹੜੇ ਹਾਈਵੇਜ਼ ਨੇ, ਵੱਡੇ ਵੱਡੇ ਹਾਈਵੇਜ਼ ਪੰਜਾਬ ਤੋਂ ਨਿਕਲ ਰਹੇ ਨੇ, ਕਿਉਂ ਪੰਜਾਬ ਵੀ ਖਿੱਚ ਦਾ ਕੇਂਦਰ ਕਿਉਂ ਰਹਿੰਦਾ ਹੈ? ਕੀ ਕਾਰਨ ਹੈ? ਪੰਜਾਬ ਬਹੁਤ ਜ਼ਿਆਦਾ ਮਜ਼ਬੂਤ ਹੈ ਅਰਥ ਵਿਵਸਥਾ ਕਰਕੇ, ਕੀ ਕਾਰਨ ਲੱਗਦੇ ਨੇ? ਦੇਖੋ ਜੀ, ਜਿਹੜਾ ਇੱਧਰ ਦੀ ਜਿਹੜੇ ਕਾਰਪੋਰੇਟ ਘਰਾਣੇ ਆ, ਉਹਨਾਂ ਨੇ ਆਪਣਾ ਵਪਾਰ ਚਲਾਉਣ ਵਾਸਤੇ ਇੱਧਰ ਜਿਹੜਾ ਅਰਬ ਕੰਟਰੀਆਂ ਵਾ ਜਾਂ ਯੂਰਪ ਕੰਟਰੀਆਂ ਵਾ, ਉਹਨੂੰ ਵਪਾਰ ਚਲਾਉਣ ਵਾਸਤੇ ਇੱਕ ਪੰਜਾਬ ਜਿਹੜਾ ਉਹ ਜਿਹੜੇ ਇਹਨਾਂ ਦੇ ਵੱਡੇ ਰੋਡ ਬਣੇ ਜਾਂ ਚਾਈਨਾ ਬਣਾ ਕੇ ਲਿਆ ਜਾਂ ਪਾਕਿਸਤਾਨ ਬਣਿਆ, ਇਹ ਜਿਹੜਾ ਪੰਜਾਬ ਆ ਇਹ ਬਿਲਕੁਲ ਨਜ਼ਦੀਕ ਪੈਂਦਾ ਜੀ। ਇਹ ਉਹਨਾਂ ਦਾ ਜ਼ਰੀਆ ਬਣਨਾ ਜੀ ਇੱਧਰ ਜਿਹੜਾ ਵਪਾਰ ਕਰਨ ਦਾ। ਉਹ ਵਪਾਰ ਦੀ ਆੜ ਦੇ ਵਿੱਚ ਪੰਜਾਬ ਜਿਹੜਾ ਕਿ ਇਹਨਾਂ ਨੇ ਸਾਰਾ ਜਿਹੜਾ ਤਬਾਹ ਕਰਕੇ ਰੱਖ ਦੇਣਾ ਵਾ। ਅੱਗੇ ਵੀ ਪੰਜਾਬ ਨਾਲ ਜਿੰਨੀਆਂ ਵੀ ਸਰਕਾਰਾਂ ਬਣਦੀਆਂ ਰਹੀਆਂ, ਸੈਂਟਰ ਗਵਰਨਮੈਂਟ, ਉਹ ਪੰਜਾਬ ਨਾਲ ਵਿਤਕਰਾ ਕਰਦੇ ਰਹੀਆਂ ਵਾ, ਮਤਰੇਈ ਮਾਂ ਵਾਲਾ ਸਲੂਕ ਕਰਦੀ ਰਹੀਆਂ ਵਾ। ਹੁਣ ਵੀ ਉਹ ਮਤਰੇਈ ਮਾਂ ਵਾਲਾ ਸਲੂਕ ਕਰਕੇ ਜਿਹੜੇ ਕਾਰਪੋਰੇਟ ਘਰਾਣੇ ਨੂੰ ਫਾਇਦਾ ਦੇਣ ਵਾਸਤੇ ਇਹ ਰੋਡ ਜਿਹੜਾ ਕੱਢ ਰਹੀ ਆ ਤੇ ਪੰਜਾਬ ਦਾ ਸਾਰਾ ਜਿਹੜਾ ਐਗਰੀਕਲਚਰ ਦਾ ਸਾਰਾ ਨੁਕਸਾਨ ਕਰ ਰਹੀਆਂ ਜੀ। ਇੱਕ ਦੌਰ ਹੁੰਦਾ ਸੀ ਜਦੋਂ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਤੇ ਹੌਲੀ ਹੌਲੀ ਸੋਨੇ ਦੀ ਚਿੜੀ ਨੇ ਕਿਸ ਤਰੀਕੇ ਦੇ ਨਾਲ ਆਪਣੇ ਖੰਭ ਤੁੜਵਾਏ ਔਰ ਕਿਸ ਤਰੀਕੇ ਦੇ ਨਾਲ ਆਪਣੀ ਚਮਕ ਗਵਾਈ, ਤੁਸੀਂ ਜਾਣਦੇ ਹੋ। ਸਰ, ਤੁਸੀਂ ਕੁਝ ਕਹਿਣਾ ਚਾਹੁੰਦੇ ਸੀਗੇ? ਜਿਹੜੀ ਗੱਲ ਤੁਸੀਂ ਕੀਤੀ ਸੀ ਨਾ, ਬਿਹਾਰ ਤੋਂ ਸਾਡੇ ਲੇਬਰ ਆਉਂਦੀ ਆ ਤੇ ਉਦੋਂ ਫਿਰ ਮੁਸ਼ਕਿਲ ਆਊਗੀ। ਮੈਂ ਉਸ ਸਮਾਂ 'ਚ ਇਹ ਗੱਲ ਕਹਿਣਾ ਚਾਹੁੰਦਾ ਵੀ ਜਿਹੜੀ ਸਾਡੇ ਪੰਜਾਬ ਦੀ ਪਾਪੂਲੇਸ਼ਨ ਨਵੀਂ ਜਵਾਨੀ ਹੈ ਨਾ, ਉਹਨਾਂ ਦਾ ਹਾਲ ਵਿਚਾਰਿਆਂ ਦਾ ਬਿਹਾਰੀਆਂ ਵਾਲਾ ਹੀ ਹੋ ਗਿਆ। ਕਿਸੇ ਵੀ ਕਿਸਾਨ ਦਾ ਇੱਕ ਲਗਭਗ ਜਿਹੜੀ ਹੁਣ ਨਵੀਂ ਜਨਰੇਸ਼ਨ ਹੈ, ਇਕੱਲਾ ਬੱਚਾ, ਔਰ ਹਰ ਜ਼ਿਮੀਂਦਾਰ, ਕਿਉਂਕਿ ਪੰਜਾਬ ਦੇ ਵਿੱਚ ਖਾਸ ਕਰਕੇ ਮਾਝੇ ਦੇ ਇਲਾਕੇ ਦੇ ਵਿੱਚ ਜਿਹੜੀ ਜ਼ਮੀਨ ਹੈ ਉਹ ਬਹੁਤ ਘੱਟ ਆ। ਉੱਥੇ ਜਿਹੜੀ ਐਵਰੇਜ ਆ 4 ਤੋਂ 5 ਏਕੜ ਦੀ ਆ ਰਹੀ ਆ, ਔਰ ਜਦੋਂ ਉਹਦੀ ਵੰਡ ਗਾਂ ਜਾਂਦੀ ਹੈ 2 ਤੋਂ 2.5 ਕਿੱਲੇ ਤੇ ਆ ਜਾਂਦੀ ਆ। ਤੇ ਜਿਹੜੇ ਸਾਡੇ ਨੌਜਵਾਨ ਬੱਚੇ ਨੇ ਜਿਨ੍ਹਾਂ ਨੇ ਕੱਲ੍ਹ ਨੂੰ ਆਪਣੇ ਮਾਂ ਪਿਓ ਦਾ ਸਹਾਰਾ ਬਣਨਾ, ਉਹ ਮਾਂ ਪਿਓ ਇਹ ਗੱਲ ਚਾਹੁੰਦਾ ਵੀ ਕਾਕਾ ਤੂੰ ਕਿੱਲਾ ਵੇਚ ਲਾ ਤੇ ਤੂੰ ਕੈਨੇਡਾ ਚਲ ਜਾ, ਚਾਹੇ ਆਸਟ੍ਰੇਲੀਆ, ਚਾਹੇ ਨਿਊਜ਼ੀਲੈਂਡ ਚਲ ਜਾ, ਇੱਥੇ ਤੇਰੇ ਵਾਸਤੇ ਕੁਝ ਨਹੀਂ ਹੈਗਾ। ਕਿਉਂਕਿ ਸਾਨੂੰ ਜਿਹੜੇ ਸਾਡੇ ਬਜ਼ੁਰਗ ਨੇ ਜਾਂ ਜਿਹੜੇ ਅਸੀਂ ਇਹ ਸੋਚਦੇ ਵੀ ਸਾਡੇ ਨਿਆਣਿਆਂ ਵਾਸਤੇ ਜਿਹੜੀ ਪੰਜਾਬ ਦੀ ਧਰਤੀ ਆ ਉਹ ਨਾ ਕਾਫੀ ਰਹੀ। ਜ਼ਮੀਨਾਂ ਥੋੜ੍ਹੀਆਂ ਹੋਣ ਦਾ ਕਰਕੇ, ਬੇਰੁਜ਼ਗਾਰੀ ਹੋਣ ਦਾ ਕਰਕੇ ਬਿਹਾਰ ਨੂੰ ਅਸੀਂ ਰੁਜ਼ਗਾਰ ਕੀ ਦੇਣਾ, ਸਾਡੇ ਕੋਲ ਤਾਂ ਆਪਣੇ ਬੱਚਿਆਂ ਜੋਗਾ ਰੁਜ਼ਗਾਰ ਨਹੀਂ ਹੈਗਾ। ਸੋ ਤੁਸੀਂ ਵੇਖਿਆ ਹੈ ਕਿ ਭਾਰਤਮਾਲਾ ਪ੍ਰੋਜੈਕਟ ਜਿਹੜਾ ਹੈ ਭਾਰਤ ਨੂੰ ਇੱਕ ਲੜੀ ਦੇ ਵਿੱਚ ਪਰੋਣਾ ਚਾਹੁੰਦਾ ਹੈ। ਰਾਜਮਾਰਗ ਮੰਤਰਾਲੇ ਦੇ ਵੱਲੋਂ ਵੱਡੇ ਰਾਜਮਾਰਗ ਜਿਹੜੇ ਨੇ ਭਾਰਤਮਾਲਾ ਪ੍ਰੋਜੈਕਟ ਦੇ ਰਾਹੀਂ ਸਥਾਪਿਤ ਕੀਤੇ ਜਾਣੇ ਨੇ, ਔਰ ਜਿਸ ਦੇ ਵਿੱਚ ਪੰਜਾਬ ਵੀ ਸ਼ਾਮਿਲ ਹੈ। ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਖੁਦ ਕੇਂਦਰੀ ਰਾਜਮਾਰਗ ਮੰਤਰੀ ਜਿਹੜੇ ਨਿਤਿਨ ਗਡਕਰੀ ਨੇ ਉਹਨਾਂ ਨੂੰ ਮਿਲੇ ਨੇ, ਔਰ ਉਹਨਾਂ ਦੇ ਨਾਲ ਗੱਲਬਾਤ ਕਰਕੇ ਪੰਜਾਬ ਦੇ ਹੋਰ ਜ਼ਿਲ੍ਹੇ ਵੀ ਇਸ ਪ੍ਰੋਜੈਕਟ ਦੇ ਵਿੱਚ ਐਡ ਕੀਤੇ ਨੇ। ਪਰ ਜਦੋਂ ਮੁਆਵਜ਼ੇ ਦੀ ਗੱਲ ਆਉਂਦੀ ਹੈ ਤਾਂ ਉਸ ਵੇਲੇ ਕਿਸਾਨਾਂ ਨੂੰ ਨਿਰਾਸ਼ ਰੱਖਿਆ ਜਾਂਦਾ ਹੈ। ਜਿੰਨਾ ਮੁਆਵਜ਼ਾ ਕਿਸਾਨ ਡਿਜ਼ਰਵ ਕਰਦੇ ਨੇ ਜਾਂ ਜੋ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ, ਔਰ ਆਪਣੀਆਂ ਨੀਤੀਆਂ ਦੇ ਅਨੁਸਾਰ ਉਹਨਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਇਸ ਭਾਰਤਮਾਲਾ ਪ੍ਰੋਜੈਕਟ ਦਾ ਵਿਰੋਧ ਕਿਸਾਨਾਂ ਦੇ ਵੱਲੋਂ ਇਸ ਲਈ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੂੰ ਮੁਆਵਜ਼ਾ ਜਿਹੜਾ ਹੈ ਪੂਰਾ ਨਹੀਂ ਦਿੱਤਾ ਜਾ ਰਿਹਾ। ਪੰਜਾਬ ਸਰਕਾਰ ਦੇ ਖਿਲਾਫ ਵੀ ਔਰ ਕੇਂਦਰ ਸਰਕਾਰ ਦੇ ਖਿਲਾਫ ਵੀ ਕਿਸਾਨਾਂ ਨੇ ਬਾਖੂਬੀ ਦੱਸਿਆ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦਾ ਸ਼ਿਕਾਰ ਹੋ ਰਹੇ ਨੇ। ਫਿਰ ਹਾਜ਼ਰ ਹੋਵਾਂਗੇ, ਬਣੇ ਰਹੋ ਸਾਡੇ ਨਾਲ, ਵੇਖਦੇ ਰਹੋ ਪੰਜਾਬ ਸਟਾਰ ਟੀਵੀ। ਧੰਨਵਾਦ।